ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ। ਮੇਰੀ ਦੋ ਪਾਰਟ ਦੀ ਸੀਰੀਜ਼ ਦਾ ਦੂਸਰਾ ਪਾਰਟ ਹੈ। ਪਹਿਲੇ ਪਾਰਟ ਵਿੱਚ ਆਪਾਂ ਗੱਲ ਕੀਤੀ ਸੀ ਮਨਦੀਪ ਸਿੰਘ ਧਾਲੀਵਾਲ ਦੀ, ਸਟੂਡੈਂਟ ਪੋਲਿਟਿਕਸ ਤੋਂ ਲੈ ਕੇ ਅੰਡਰਵਰਲਡ ਦੇ ਅਪਰਾਧਿਕ ਅੰਸਰਾਂ ਦੇ ਨਾਲ ਉਸ ਦੇ ਸੰਪਰਕ, ਜਿਸ ਕਾਰਨ ਸਿੱਧੂ ਮੂਸੇਵਾਲਾ ਨੂੰ ਵੀ ਅੰਡਰਵਰਲਡ ਦੇ ਨਾਲ ਜੋੜ ਕੇ ਵੇਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਤੇ ਅੱਜ ਵੀ ਕੀਤੀਆਂ ਜਾ ਰਹੀਆਂ ਨੇ। ਲੇਕਿਨ ਅੱਜ ਦੇ ਇਸ ਦੂਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਨੀ ਹੈ ਸ਼ਗਨਪ੍ਰੀਤ ਸਿੰਘ ਦੀ, ਜਿਸ ਨੂੰ ਲੈ ਕੇ ਕੁਝ ਤਾਜ਼ਾ ਖਬਰਾਂ ਇਸ ਤਰੀਕੇ ਦੀਆਂ ਆ ਰਹੀਆਂ ਨੇ ਕਿ ਪੰਜਾਬ ਪੁਲਿਸ ਹੁਣ ਕੋਸ਼ਿਸ਼ ਕਰ ਰਹੀ ਹੈ ਕਿ ਸ਼ਗਨਪ੍ਰੀਤ ਦਾ ਰੈੱਡ ਕਾਰਨਰ ਨੋਟਿਸ ਜਿਹੜਾ ਹੈ ਜਾਰੀ ਕੀਤਾ ਜਾਏ। ਸ਼ਗਨਪ੍ਰੀਤ ਜੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਠੀਕ ਪੌਣੇ 2 ਮਹੀਨੇ ਪਹਿਲਾਂ ਆਸਟ੍ਰੇਲੀਆ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਸੀ, ਉੱਥੇ ਲੁਕਿਆ ਬੈਠਾ ਹੈ। ਹਾਈ ਕੋਰਟ ਦੇ ਵਿੱਚ ਉਸਨੇ ਸੁਰੱਖਿਆ ਤੋਂ ਲੈ ਕੇ ਇਸ ਮਾਮਲੇ ਦੀ ਤਫਤੀਸ਼ ਦੇ ਵਿੱਚ ਵਿੱਕੀ ਮਿੱਡੂ ਖੇੜਾ ਕਤਲ, ਜਿਸ ਵਿੱਚ ਕਿ ਉਸ ਦੀ ਭੂਮਿਕਾ ਦਾ ਜ਼ਿਕਰ ਆ ਰਿਹਾ ਹੈ ਤੇ ਉਸ ਦੀ ਭੂਮਿਕਾ ਦੇ ਕਾਰਨ ਹੀ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਨੂੰ ਵੀ ਗੈਂਗਸਟਰ ਤੇ ਕ੍ਰਿਮੀਨਲ ਜਸਟੀਫਾਈ ਕਰਦੇ ਪਏ ਨੇ। ਸੋ ਸ਼ਗਨਪ੍ਰੀਤ ਆਪਣੇ ਵੱਲੋਂ तमाम ਡਿਫੈਂਸ ਵਿਦੇਸ਼ ਦੇ ਵਿੱਚੋਂ ਬੈਠ ਕੇ ਹੀ ਦੇਣਾ ਚਾਹ ਰਿਹਾ ਹੈ, ਦੇਣ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਹੁਣ ਪੰਜਾਬ ਪੁਲਿਸ ਉਸ ਤੇ ਸਖਤੀ ਕਰ ਸਕਦੀ ਹੈ ਤੇ ਉਸ ਨੂੰ ਇਸ ਤਫਤੀਸ਼ ਦੇ ਵਿੱਚ ਸ਼ਾਮਲ ਹੋਣ ਲਈ ਪੰਜਾਬ ਸੱਦਿਆ ਜਾ ਸਕਦਾ ਹੈ। ਉਹ ਇੱਕ ਵੱਖਰਾ ਵਿਸ਼ਾ ਹੈ ਕਿ ਜਿਹੜੀ ਬਹੁਤ ਹੀ ਡਿਟੇਲਡ ਹਾਈ ਕੋਰਟ ਦੇ ਵਿੱਚ ਉਸਨੇ ਅਰਜ਼ੀ ਪਾਈ ਸੀ, ਉਸਨੇ ਆਪਣੀ ਭੂਮਿਕਾ ਦੇ ਬਾਰੇ ਜ਼ਿਕਰ ਤਾਂ ਘੱਟ ਕੀਤਾ, ਲੇਕਿਨ ਇਹ ਜ਼ਰੂਰ ਕਿਹਾ ਕਿ ਉਸ ਦੀ ਜਾਨ ਨੂੰ ਖਤਰਾ ਹੈ। ਸ਼ਗਨਪ੍ਰੀਤ ਵੱਲੋਂ ਹਾਈ ਕੋਰਟ ਵਿੱਚ ਪਾਈ ਗਈ ਆਪਣੀ ਯਾਚਿਕਾ ਦੇ ਵਿੱਚ ਇਸ ਕਤਲ ਕੇਸ ਯਾਨੀ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਕੇਸ, ਜਿਸ ਵਿੱਚ ਕਿ ਉਹ ਇਸ ਵਕਤ ਵਾਂਟਿਡ ਹੈ, ਉਸ ਦੇ ਵਿੱਚ ਉਸਦੀ ਭੂਮਿਕਾ ਪੱਖੋਂ ਘੱਟ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ। ਇੱਕ ਸਾਇਲੈਂਸ ਮੇਨਟੇਨ ਕੀਤੀ ਹੈ, ਜਿਸ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਇੱਕ ਸਟੋਇਕ ਸਾਇਲੈਂਸ ਕਹਿੰਦੇ ਹਾਂ। ਇੱਕ ਅਜੀਬੋ ਗਰੀਬ ਜੀ ਸਾਇਲੈਂਸ ਹੈ, ਕਿਉਂਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਸ਼ਾਇਦ ਇਸ ਚੀਜ਼ ਦਾ ਅੰਦਾਜ਼ਾ ਸ਼ਗਨਪ੍ਰੀਤ ਨੂੰ ਚੰਗੀ ਤਰ੍ਹਾਂ ਸੀ ਕਿ ਖਤਰਾ ਕਿਸ ਤਰੀਕੇ ਦਾ ਹੈ। ਉਹ ਸਿਰਫ ਪੁਲਿਸ ਦੇ ਡਰ ਤੋਂ ਨਹੀਂ, ਬਲਕਿ ਉਸ ਨੂੰ ਇਸ ਮਾਮਲੇ ਦੇ ਵਿੱਚ ਉਸ ਦਾ ਨਾਂ ਉੱਭਰਨ ਤੋਂ ਬਾਅਦ तमाम ਉਹ ਖਦਸ਼ਿਆਂ ਦੇ ਬਾਰੇ ਪੱਕੀ ਜਾਣਕਾਰੀ ਸੀ, ਜਿਸ ਦੇ ਚੱਲਦੇ ਉਸਨੇ ਆਪਣਾ ਪੱਕਾ ਇੰਤਜ਼ਾਮ ਕੀਤਾ ਤੇ ਆਸਟ੍ਰੇਲੀਆ ਦੇ ਵਿੱਚ ਰਾਤੋਂ ਰਾਤ ਭੱਜਣ ਦੇ ਵਿੱਚ ਕਾਮਯਾਬ ਰਿਹਾ। ਲੇਕਿਨ 13 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸ਼ਗਨਪ੍ਰੀਤ ਦੀ ਜਿਹੜੀ ਚੁੱਪੀ ਹੈ, ਉਹ ਜਿੰਨੇ ਸਵਾਲਾਂ ਦਾ ਜਵਾਬ ਮਿਲਣਾ ਚਾਹੀਦਾ ਸੀ ਹੁਣ ਤੱਕ ਉਸ ਤੋਂ ਕਈ ਜ਼ਿਆਦਾ ਸਵਾਲ ਖੜੇ ਕਰ ਚੁੱਕੀ ਹੈ। ਯਾਨੀ ਕਿ ਸ਼ਗਨਪ੍ਰੀਤ ਦੀ ਇਹ ਜਿਹੜੀ ਸਾਇਲੈਂਸ ਹੈ, ਇਹ ਸਭ ਨੂੰ ਚੁਭ ਰਹੀ ਹੈ। ਸੋ ਅੱਜ ਸਮਝਣ ਦੀ ਕੋਸ਼ਿਸ਼ ਇਹ ਕਰਨੀ ਹੈ ਕਿ ਸ਼ਗਨਪ੍ਰੀਤ ਨੂੰ ਕਿਹੜੀਆਂ ਚੀਜ਼ਾਂ ਇਸ ਤਫਤੀਸ਼ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਜੁਆਇਨ ਕਰਨ ਤੋਂ ਰੋਕ ਰਹੀਆਂ ਨੇ ਤੇ ਉਸ ਦੇ ਮਨ ਦੇ ਵਿੱਚ ਡਰ ਕੀ ਹੈਗੇ ਨੇ, ਉਹ ਕਿਹੜੀਆਂ ਚੀਜ਼ਾਂ ਨੂੰ ਲੁਕਾ ਰਿਹਾ, ਛੁਪਾ ਰਿਹਾ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ, ਕਿਉਂਕਿ ਜੇ ਆਪਾਂ ਥੋੜੀ ਜਿਹੀ ਗੱਲਬਾਤ ਨੂੰ ਰਿਫਰੈਸ਼ ਕਰੀਏ, ਵਿੱਕੀ ਮਿੱਡੂ ਖੇੜਾ ਨੂੰ 7 ਅਗਸਤ 2021 ਨੂੰ ਗੋਲੀ ਮਾਰੀ ਜਾਂਦੀ ਹੈ। ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਸ਼ੂਟਰ ਉਚੇਚੇ ਦਿੱਲੀ ਤੋਂ ਮੰਗਾਏ ਗਏ। ਲੱਕੀ ਪਟਿਆਲ, ਕੌਸ਼ਲ ਚੌਧਰੀ, ਇੱਕ ਜਿਹੜਾ ਅਜਿਹਾ ਗੈਂਗ ਜੋ ਕਿ ਬੰਬੀਹਾ ਗੈਂਗ ਦੇ ਨਾਲ ਲਿੰਕਡ ਹੈ, ਦਿੱਲੀ ਦੇ ਵਿੱਚ ਇੱਕ ਲਾਰੈਂਸ ਬਿਸ਼ਨੋਈ ਤੇ ਕਾਲਾ ਜਠੇੜੀ ਦੀ ਵਿਰੋਧੀ ਲੀਗ ਦਾ ਹਿੱਸਾ ਹੈ, ਉਸ ਵੱਲੋਂ ਸ਼ੂਟਰ ਭੇਜੇ ਜਾਏ। ਅਨਿਲ ਲੱਠ, ਭੋਲੂ ਸੱਜਣ, ਇਸ ਤਰੀਕੇ ਦੇ ਸਨੀ ਲੈਫਟੀ ਵਰਗੇ ਸ਼ੂਟਰ ਜਿਹੜੇ ਸੀ, ਇਹ ਲੋਕ ਆਉਂਦੇ ਨੇ ਤੇ ਜਲਵਾਯੂ ਵਿਹਾਰ ਮੋਹਾਲੀ ਦੇ ਵਿੱਚ ਰੁਕਦੇ ਨੇ। ਰਾਤ ਤਕਰੀਬਨ 11:15 11:30 ਵਜੇ ਇਹਨਾਂ ਨੂੰ ਉੱਥੇ ਕੋਈ ਬੰਦਾ ਛੱਡ ਕੇ ਜਾਂਦਾ ਹੈ, ਜਿਸ ਤੋਂ ਬਾਅਦ ਕੀ ਇਹ ਕਿਹਾ ਜਾਂਦਾ ਕਿ ਸਵੇਰੇ 4:30 5 ਵਜੇ ਦੇ ਆਸ-ਪਾਸ ਤਕਰੀਬਨ 4.5 5 ਘੰਟੇ ਇਸ ਫਲੈਟ ਤੇ ਇਸ ਟਿਕਾਣੇ ਦੇ ਉੱਤੇ ਰਹਿਣ ਤੋਂ ਬਾਅਦ ਇਹ ਲੋਕ ਨਿਕਲਦੇ ਨੇ। ਰੈਕੀ ਕੀਤੀ ਜਾਂਦੀ ਹੈ, ਵਿੱਕੀ ਮਿੱਡੂ ਖੇੜਾ ਨੂੰ ਫੋਲੋ ਕੀਤਾ ਜਾਂਦਾ ਹੈ ਤੇ ਕੁਝ ਹੀ ਘੰਟਿਆਂ ਬਾਅਦ ਉਸ ਨੂੰ ਮੋਹਾਲੀ ਦੇ ਵਿੱਚ ਗੋਲੀ ਮਾਰਤੀ ਜਾਂਦੀ ਹੈ। ਸੋ ਇਸ ਫਲੈਟ ਦੇ ਵਿੱਚ, ਜੋ ਕਿ ਇੱਕ ਬੇਸਿਕਲੀ ਸਟੂਡੀਓ ਸੀ, ਮਿਊਜ਼ਿਕ ਦੀ ਕੁਝ ਕੰਪਨੀਆਂ ਤੇ ਉੱਥੋਂ ਦੇ ਜਿਹੜੇ ਕਲਾਕਾਰ, ਫਨਕਾਰ ਕਹਿ ਲਈਏ, ਕੋਈ ਪ੍ਰੋਡਕਸ਼ਨ ਕਰਨ ਵਾਲੇ ਲੋਕ ਸੀ, ਉਹਨਾਂ ਦਾ ਪ੍ਰੋਡਕਸ਼ਨ ਦਾ ਕੰਮ ਜਲਵਾਯੂ ਵਿਹਾਰ ਦੇ ਇਸ ਫਲੈਟ ਦੇ ਵਿੱਚ ਹੁੰਦਾ ਸੀ। ਇੱਥੇ ਲੋਕਾਂ ਦਾ ਆਣਾ ਜਾਣਾ ਰਹਿੰਦਾ ਸੀ। ਸੋ ਉਸ ਰਾਤ ਜਦੋਂ ਇਹ ਸ਼ੂਟਰ ਉੱਥੇ ਸਨ, ਜਿਨ੍ਹਾਂ ਵਿੱਚੋਂ ਦੱਸਿਆ ਜਾ ਰਿਹਾ ਕਿ 3 ਮੁੱਖ ਸ਼ੂਟਰ ਸਨ, ਇਹਨਾਂ ਦੇ ਨਾਲ ਇੱਕ ਚੌਥਾ ਹੋਰ ਵਿਅਕਤੀ ਸੀ। ਲੱਕੀ ਪਟਿਆਲ ਵੱਲੋਂ ਭੇਜਿਆ ਗਿਆ ਇੱਕ ਅਜਿਹਾ ਸ਼ਖਸ ਸੀ ਜਿਸ ਦਾ ਨਾਂ ਅਜੇ ਤੱਕ ਨਾ ਤਾਂ ਪੁਲਿਸ ਨੂੰ ਪਤਾ ਹੈ, ਨਾ ਹੀ ਕਿਸੇ ਹੋਰ ਮਾਮਲੇ ਨੂੰ ਜੋ ਕਿ ਇਸ ਤਫਤੀਸ਼ ਦੇ ਵਿੱਚ ਜੁੜਦਾ ਹੈ। ਉਹ ਸ਼ਖਸ ਇਹਨਾਂ ਸ਼ੂਟਰਸ ਨੂੰ ਕਾਫੀ ਹੱਦ ਤੱਕ ਐਸਕੌਰਟ ਵੀ ਕਰਦਾ ਹੈ, ਮਦਦ ਵੀ ਕਰਾਉਂਦਾ ਹੈ। 6 ਤੇ 7 ਅਗਸਤ ਦੀ ਦਰਮਿਆਨੀ ਰਾਤ ਨੂੰ ਵਿੱਕੀ ਮਿੱਡੂ ਖੇੜਾ ਨੂੰ ਮੋਹਾਲੀ ਦੇ ਵਿੱਚ ਕਤਲ ਕਰਨ ਆਏ ਸ਼ੂਟਰਾਂ ਦੇ ਨਾਲ ਕੁਝ ਘੰਟੇ ਜਲਵਾਯੂ ਵਿਹਾਰ ਦੇ ਉਸ ਫਲੈਟ ਦੇ ਵਿੱਚ ਰਹਿਣ ਦੀ ਗੱਲਬਾਤ ਨੂੰ ਤਾਂ ਖੁਦ ਸ਼ਗਨਪ੍ਰੀਤ ਜਿਹੜਾ ਹੈ ਉਹ ਮੰਨਦਾ ਹੈ, ਕਬੂਲਦਾ ਹੈ। ਹਾਲਾਂਕਿ ਉਹ ਇਸ ਚੀਜ਼ ਦੀ ਸਫਾਈ ਨਹੀਂ ਦਿੰਦਾ ਤੇ ਇਹੀ ਕਾਰਨ ਹੈ, ਇਹੀ ਉਹ ਸਵਾਲ ਨੇ ਜਿਸ ਦੇ ਉਹ ਜਵਾਬ ਦੇਣਾ ਨਹੀਂ ਚਾਹ ਰਿਹਾ, ਜਿਸ ਤੋਂ ਜਵਾਬ ਦੇਣ ਤੋਂ ਉਹ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਔਨ 에ਅਰ ਚੈਨਲ ਵੱਲੋਂ ਉਸ ਦਾ ਇੰਟਰਵਿਊ ਵੀ ਕੀਤਾ ਗਿਆ, ਲੇਕਿਨ ਕਿ ਬਹੁਤ ਹੀ ਅੱਧਾ ਅਧੂਰਾ ਇੰਟਰਵਿਊ ਸੀ। ਪੁੱਛਣ ਵਾਲੇ ਸਵਾਲ ਪੁੱਛੇ ਨਹੀਂ ਗਏ ਜਿਨ੍ਹਾਂ ਦੇ ਸਵਾਲ ਲਏ ਜਾਣੇ ਚਾਹੀਦੇ ਸੀ। ਜੇ ਸਵਾਲ ਹੀ ਨਹੀਂ ਪੁੱਛੇ ਗਏ ਤਾਂ ਫਿਰ ਜਵਾਬ ਕਿੱਥੋਂ ਆਣੇ ਸੀ। ਸੋ ਸ਼ਗਨਪ੍ਰੀਤ ਨੇ ਬਹੁਤ ਸੀ ਇਸ਼ੂਜ਼ ਨੂੰ ਸਕਰਟ ਕੀਤਾ, ਅਵੋਇਡ ਕੀਤਾ ਉਸ ਇੰਟਰਵਿਊ ਦੇ ਵਿੱਚ। ਸ਼ਗਨਪ੍ਰੀਤ ਸਿੰਘ ਜਿਹੜਾ ਸਾਇਲੈਂਟ ਹੈ, ਇਸ ਵਿਸ਼ੇ ਦੇ ਉੱਤੇ ਸਾਇਲੈਂਟ ਹੈ ਕਿ ਜਲਵਾਯੂ ਵਿਹਾਰ ਉਸ ਨੂੰ ਜਾਣ ਲਈ ਕਿਸਨੇ ਕਿਹਾ। ਹਾਲਾਂਕਿ ਇਹ ਤਾਂ ਸ਼ਗਨਪ੍ਰੀਤ ਦਾ ਆਪਣਾ ਦਾਵਾ ਹੈ ਕਿ ਉਹ ਕੁਝ ਘੰਟੇ ਉਸ ਫਲੈਟ ਦੇ ਵਿੱਚ ਰਿਹਾ, ਰੋਟੀ ਵਗੈਰਾ ਦੇ ਕੇ ਵਾਪਸ ਆ ਗਿਆ। ਉਸ ਨੂੰ ਉਹਦੇ ਦਾਅਵੇ ਮੁਤਾਬਕ ਤਾਂ ਸ਼ਾਇਦ ਇਹ ਵੀ ਨਹੀਂ ਪਤਾ ਹੋਏਗਾ ਕਿ ਇਹ ਲੋਕ ਜਿਹੜੇ ਉੱਥੇ ਬੈਠੇ ਸੀ, ਜਿਨ੍ਹਾਂ ਨੂੰ ਰੋਟੀ ਦੇਣ ਲਈ ਇਸ ਨੂੰ ਕਿਸੇ ਬੰਦੇ ਨੇ ਵਿਦੇਸ਼ ਤੋਂ ਫੋਨ ਕੀਤਾ,
ਉਹ ਲੋਕ ਕੌਣ ਸਨ, ਉਹ ਸ਼ੂਟਰ ਸਨ, ਉਹ ਕ੍ਰਿਮੀਨਲ ਸਨ, ਦਿਖਣ ਦੇ ਵਿੱਚ ਉਹ ਸ਼ੂਟਰ ਲੱਗ ਰਹੇ ਹੋ ਸਕਦੇ ਨੇ, ਲੇਕਿਨ ਉਹਨਾਂ ਦੇ ਐਗਜ਼ੈਕਟ ਕ੍ਰੈਡੈਂਸ਼ੀਅਲਸ ਦੇ ਬਾਰੇ ਇਸ ਨੂੰ ਜਾਣਕਾਰੀ ਪੋਸੀਬਲੀ ਇਹਦੇ ਮੁਤਾਬਕ ਨਹੀਂ ਹੋ ਸਕਦੀ। ਲੇਕਿਨ ਜੇ ਆਪਾਂ ਪੰਜਾਬ ਪੁਲਿਸ ਦੀ ਜਾਂਚ ਤੇ ਤਫਤੀਸ਼ ਵਿੱਕੀ ਮਿੱਡੂ ਖੇੜਾ ਕਤਲ ਕੇਸ ਦੇ ਵਿੱਚ ਇੱਕ ਸਿੱਟ ਬਣਾ ਕੇ ਜੋ ਕੀਤੀ ਗਈ ਉਸ ਨੂੰ ਆਪਾਂ ਧਿਆਨ ਦੇ ਵਿੱਚ ਲਿਆਈਏ ਤਾਂ ਫਿਰ ਸਾਫ਼ ਹੁੰਦਾ ਹੈ ਕਿ ਵਿੱਕੀ ਮਿੱਡੂ ਖੇੜਾ ਕਤਲ ਤੋਂ ਪਹਿਲਾਂ ਦੀ ਜਿਹੜੀ ਯੋਜਨਾਬੰਦੀ ਸੀ, ਇਹਨਾਂ ਸ਼ੂਟਰਾਂ ਨੂੰ ਰਿਸੀਵ ਕਰਨ ਤੋਂ ਲੈ ਕੇ ਇਹਨਾਂ ਨੂੰ ਇੱਕ ਸੇਫ ਐਗਜ਼ਿਟ ਦਿਵਾਉਣ ਤੱਕ ਸ਼ਗਨਪ੍ਰੀਤ ਦੀ ਭੂਮਿਕਾ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਸੀ। ਈਵਨ ਗੱਡੀਆਂ ਦੀ ਨੰਬਰ ਪਲੇਟਾਂ ਤੱਕ ਮੋਹਾਲੀ ਦੇ ਤੇ ਜਿਹੜਾ ਕਹਿ ਸਕਦੇ ਹਾਂ ਕਿ ਖਰੜ ਦੇ ਇਲਾਕਿਆਂ ਦੇ ਵਿੱਚ ਬਦਲਣ ਦੇ ਵਿੱਚ ਸ਼ਗਨਪ੍ਰੀਤ ਨੇ ਆਪਣਾ ਰੋਲ ਅਦਾ ਕੀਤਾ। ਸੋ ਸ਼ਗਨਪ੍ਰੀਤ ਪੁਆਇੰਟ ਟੂ ਪੁਆਇੰਟ ਯਾਨੀ ਕਿ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਹਨਾਂ ਸ਼ੂਟਰਸ ਦੇ ਨਾਲ ਇਮਦਾਦ ਮੁਹੱਈਆ ਕਰਾਂਦਾ ਰਿਹਾ। ਦਿੱਲੀ ਤੇ ਹਰਿਆਣਾ ਦੇ ਇਹ ਸ਼ੂਟਰ ਜੋ ਕਿ ਚੰਡੀਗੜ੍ਹ ਤੇ ਮੋਹਾਲੀ ਦੇ ਰੂਟਸ ਦੇ ਨਾਲ ਵਾਕਿਫ ਨਹੀਂ ਸਨ, ਉਹਨਾਂ ਨੂੰ ਵਿੱਕੀ ਮਿੱਡੂ ਖੇੜਾ ਦੇ ਘਰਾਂ ਤੱਕ, ਉਸਦੇ ਵੱਖ-ਵੱਖ ਟਿਕਾਣਿਆਂ ਤੱਕ ਲਿਜਾਣ ਵਾਲਾ ਸ਼ਖਸ ਹੋਰ ਕੋਈ ਨਹੀਂ ਬਲਕਿ ਸ਼ਗਨਪ੍ਰੀਤ ਸੀ। ਇਹ ਪੰਜਾਬ ਪੁਲਿਸ ਦੀ ਤਫਤੀਸ਼ ਕਹਿੰਦੀ ਹੈ, ਲੇਕਿਨ ਸ਼ਗਨਪ੍ਰੀਤ ਇਸ ਚੀਜ਼ ਦੇ ਨਾਲ ਇਤਫਾਕ ਨਹੀਂ ਰੱਖਦਾ ਹੋਏਗਾ। ਸ਼ਗਨਪ੍ਰੀਤ ਤੋਂ 2-4 ਸਵਾਲ ਬੜੇ ਮੁੱਢਲੇ ਹੈਗੇ ਨੇ। ਸਭ ਤੋਂ ਵੱਡਾ ਤਾਂ ਸਵਾਲ ਇਹ ਕਿ ਅੱਜ ਤੱਕ ਉਸਨੇ ਕੋਈ ਵੀ ਸਪਸ਼ਟੀਕਰਨ ਆਪਣੇ ਵੱਲੋਂ ਕਲੈਰਿਟੀ ਦੇ ਨਾਲ ਨਹੀਂ ਦਿੱਤਾ, ਤੇ ਖਾਸ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਜਦੋਂ ਕਿ ਕਿਆਸ ਇਹ ਵੀ ਲਾਏ ਜਾ ਰਹੇ ਸਨ ਕਿ ਸ਼ਗਨਪ੍ਰੀਤ ਵਾਪਸ ਆਏਗਾ। ਸਿੱਧੂ ਮੂਸੇਵਾਲਾ ਇਸ ਭਰੋਸੇ ਦੇ ਵੀ ਸੀ ਕਿ ਸ਼ਗਨਪ੍ਰੀਤ ਵਾਪਸ ਆਏਗਾ ਤੇ ਆਪਣੀ ਪੋਜੀਸ਼ਨ, ਉਸਦਾ ਨਾਂ ਜਿਹੜਾ ਵਿੱਕੀ ਮਿੱਡੂ ਖੇੜਾ ਕਤਲ ਕੇਸ ਦੇ ਵਿੱਚ ਉੱਭਰਨਾ ਸ਼ੁਰੂ ਹੋਇਆ, ਉਸ ਦੇ ਬਾਰੇ ਸਪਸ਼ਟੀਕਰਨ ਦੇਗਾ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਤੋਂ ਇਹ ਤੌਹਮਤ ਹਟ ਜਾਏਗੀ। ਲੇਕਿਨ ਸ਼ਗਨਪ੍ਰੀਤ ਨੇ ਇਹ ਨਹੀਂ ਕੀਤਾ ਤੇ ਉਸ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦਾ ਕਤਲ ਕਰਤਾ ਗਿਆ। ਨਾ ਤਾਂ ਸ਼ਗਨਪ੍ਰੀਤ ਕੋਲ ਉਸ ਬਾਰੇ ਪੰਜਾਬ ਪੁਲਿਸ ਦੀ ਚਾਰਜਸ਼ੀਟ ਵਿੱਚ ਲਾਏ ਗਏ ਇਲਜ਼ਾਮ ਤੇ ਜਿਹੜੇ ਦੋਸ਼ਣ ਹੈਗੇ ਨੇ ਉਹਨਾਂ ਦਾ ਕੋਈ ਜਵਾਬ ਹੈ, ਤੇ ਨਾ ਹੀ ਉਸਨੇ ਇਹਨਾਂ ਜਵਾਬਾਂ ਨੂੰ ਦੇਣ ਦੀ ਕੋਸ਼ਿਸ਼ ਮਹਿਸੂਸ ਕੀਤੀ ਹੈ, ਕਿਉਂਕਿ ਪੁਲਿਸ ਨੇ ਕਾਫੀ ਹੱਦ ਤੱਕ ਐਵੀਡੈਂਸ ਜਿਹੜਾ ਹੈ ਉਸ ਖਿਲਾਫ ਇਕੱਠਾ ਕਰ ਰੱਖਿਆ ਹੈ। ਉਸ ਦਾ ਅਚਾਨਕ ਆਸਟ੍ਰੇਲੀਆ ਭੱਜ ਜਾਣਾ, ਸਿੱਧੂ ਮੂਸੇਵਾਲਾ ਨੂੰ ਕਾਫੀ ਹੱਦ ਤੱਕ ਹਨੇਰੇ ਵਿੱਚ ਰੱਖਣਾ, ਆਪਣੀ ਭੂਮਿਕਾ ਤੇ ਉਸ ਫਲੈਟ ਦੇ ਵਿੱਚ ਉਹ ਕੀ ਕਰਨ ਗਿਆ ਸੀ, ਕਿਸ ਦੇ ਇਸ਼ਾਰੇ ਤੇ ਗਿਆ ਸੀ, ਵਿਦੇਸ਼ ਤੋਂ ਉਸਨੂੰ ਕਿਸ ਬੰਦੇ ਨੇ ਫੋਨ ਕਰਕੇ ਰੋਟੀ ਦੇ ਕੇ ਆਉਣ ਲਈ ਕਿਹਾ ਸੀ, ਦਿੱਲੀ ਤੇ ਹਰਿਆਣਾ ਤੋਂ ਆਏ ਇਹਨਾਂ ਸ਼ੂਟਰਾਂ ਨੂੰ ਚੰਡੀਗੜ੍ਹ ਤੇ ਮੋਹਾਲੀ ਦੀਆਂ ਉਹਨਾਂ ਸੜਕਾਂ, ਉਹਨਾਂ ਰੂਟਸ ਤੋਂ ਵਾਕਿਫ ਕਰਾਣਾ, ਵਿੱਕੀ ਮਿੱਡੂ ਖੇੜਾ ਦੀ ਰੈਕੀ ਕਰਵਾ ਕੇ ਉਸ ਦੀ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦਵਾ ਕੇ ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਣਾ। ਇਸ ਮਾਮਲੇ ਦੇ ਵਿੱਚ ਜੇ ਸ਼ਗਨਪ੍ਰੀਤ ਖੁਦ ਡਾਇਰੈਕਟਲੀ ਇਨਵੋਲਵ ਨਹੀਂ ਸੀ ਤਾਂ ਫਿਰ ਹੋਰ ਕੌਣ ਇਨਵੋਲਵ ਸੀ? ਕਿਉਂਕਿ ਇੱਕ ਸ਼ਖਸ ਅਜਿਹਾ ਜ਼ਰੂਰ ਹੈ ਜੋ ਕਿ ਇਹਨਾਂ ਸ਼ੂਟਰਾਂ ਦੇ ਤੇ ਸ਼ਗਨਪ੍ਰੀਤ ਦੇ ਵਿੱਚ ਦੀ ਵੀ ਕੜੀ ਸੀ, ਲੇਕਿਨ ਉਸ ਸ਼ਖਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ ਪੁਲਿਸ ਨੂੰ ਨਹੀਂ ਮਿਲ ਪਾਈ ਹੈ। ਸ਼ਗਨਪ੍ਰੀਤ ਸਿੰਘ ਇਹ ਮੰਨਦਾ ਰਿਹਾ, ਜਾਂ ਸ਼ਗਨਪ੍ਰੀਤ ਸਿੰਘ ਦਾ ਦਾਅਵਾ ਰਿਹਾ ਕਿ ਜਿਸ ਦਿਨ ਇਹ ਜਲਵਾਯੂ ਵਿਹਾਰ ਜਾਂਦਾ ਹੈ ਉਸ ਦਿਨ ਜਲਵਾਯੂ ਵਿਹਾਰ ਦੇ ਉਸ ਫਲੈਟ ਦੇ ਵਿੱਚ ਕਈ ਲੋਕ ਸਨ। ਕਈ ਲੋਕ ਮਤਲਬ ਤਕਰੀਬਨ 7-8 ਲੋਕ ਸਨ, ਜਿਨ੍ਹਾਂ ਵਿੱਚੋਂ 3 ਅਜਿਹੇ ਲੋਕ ਸਨ ਜੋ ਕਿ ਹਰਿਆਣਾ ਤੇ ਦਿੱਲੀ ਦੇ ਮੂਲ ਦੇ ਸਨ, ਪੰਜਾਬੀ ਨਹੀਂ ਬੋਲਦੇ ਸਨ। ਉਸ ਵਕਤ KGF ਫਿਲਮ ਉਸ ਫਲੈਟ ਦੇ ਵਿੱਚ ਚੱਲਦੀ ਪਈ ਸੀ ਜਿਸ ਨੂੰ ਇਹ ਲੋਕ ਦੇਖ ਰਹੇ ਸਨ। ਇਹਨਾਂ ਲੋਕਾਂ ਦੇ ਨਾਲ ਬੈਠ ਕੇ ਥੋੜੀ ਬਹੁਤ ਗੱਲਬਾਤ ਹੋਈ ਤੇ ਸ਼ਗਨਪ੍ਰੀਤ ਨੂੰ ਇੰਟਰੋਡਿਊਸ ਕਰਾਇਆ ਗਿਆ ਇਹਨਾਂ ਸ਼ੂਟਰਸ ਦੇ ਨਾਲ, ਜੋ ਕਿ ਉਸ ਵਕਤ ਤੱਕ ਸ਼ਗਨਪ੍ਰੀਤ ਦੇ ਦਾਅਵੇ ਮੁਤਾਬਕ ਉਸ ਨੂੰ ਨਹੀਂ ਪਤਾ ਸੀ। ਲੇਕਿਨ ਪੰਜਾਬ ਪੁਲਿਸ ਕਹਿੰਦੀ ਹੈ ਕਿ ਸ਼ਗਨਪ੍ਰੀਤ ਨੂੰ ਚੰਗੀ ਤਰ੍ਹਾਂ ਪਤਾ ਸੀ ਤੇ ਉਹ ਸ਼ੁਰੂ ਤੋਂ ਯਾਨੀ ਕਿ ਇਹਨਾਂ ਸ਼ੂਟਰਾਂ ਨੂੰ ਰਿਸੀਵ ਕਰਨ ਤੋਂ ਲੈ ਕੇ ਇਹਨਾਂ ਨੂੰ ਬਾਹਰ ਤੱਕ ਦਾ, ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਬਾਹਰ ਤੱਕ ਦਾ, ਯਾਨੀ ਕਿ ਪੰਜਾਬ ਤੋਂ ਬਾਹਰ ਕੱਢਣ ਤੱਕ ਦਾ ਰਸਤਾ ਵਿਖਾਣ ਤੋਂ ਬਾਅਦ ਹੀ ਉਸ ਦਾ ਰੋਲ ਖਤਮ ਹੁੰਦਾ ਹੈ। ਬਣਦੇ ਸਵਾਲ ਜੋ ਕਿ ਸ਼ਗਨਪ੍ਰੀਤ ਤੋਂ ਪੁੱਛੇ ਜਾਣੇ ਚਾਹੀਦੇ ਸਨ, ਉਹਨਾਂ ਦੇ ਜਵਾਬ ਸ਼ਗਨਪ੍ਰੀਤ ਨੇ ਹੁਣ ਤੱਕ ਨਹੀਂ ਦਿੱਤੇ ਹੈਗੇ ਨੇ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਜਿਹੜੀਆਂ ਗੱਲਾਂ ਬਾਤਾਂ ਨੂੰ ਸਾਫ਼ ਕਰਨ ਦੀ ਲੋੜ ਸੀ ਤੇ ਬਹੁਤ ਜ਼ਿਆਦਾ ਲੋੜ ਸੀ, ਉਹਨਾਂ ਵਿਸ਼ਿਆਂ ਦੇ ਉੱਤੇ ਇੱਕ ਚੁੱਪੀ ਨਹੀਂ ਸਾਧੇ ਰੱਖੀ, ਬਲਕਿ ਸ਼ਗਨਪ੍ਰੀਤ ਉਸ ਖਤਰੇ ਦਾ ਅਹਿਸਾਸ ਕਰਦਿਆਂ ਹੋਇਆਂ ਖੁਦ ਸੇਫ ਜ਼ੋਨ ਦੇ ਵਿੱਚ ਆਸਟ੍ਰੇਲੀਆ ਜਾ ਕੇ ਬੈਠ ਗਿਆ ਤੇ ਸਿੱਧੂ ਮੂਸੇਵਾਲਾ, ਜਿਸ ਉੱਤੇ ਆਟੋਮੈਟਿਕਲੀ ਇਸ ਮਾਮਲੇ ਦੀ ਸੂਈ ਆ ਕੇ ਅਟਕਣੀ ਸੀ, ਕਿਉਂਕਿ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਤੇ ਸ਼ਗਨਪ੍ਰੀਤ ਦੀ ਆਪਸੀ ਸੰਬੰਧ ਸੀ, ਇੱਕ ਨੇੜਤਾ ਸੀ। ਈਵਨ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਦੋਂ ਦੁਬਈ ਤੋਂ ਵਾਪਸੀ ਹੁੰਦੀ ਹੈ, ਦੋਵੇਂ ਇਕੱਠੇ ਟਰੈਵਲ ਕਰਦੇ ਨੇ, ਇਹਨਾਂ ਦੇ ਨਾਲ 2 ਹੋਰ ਲੋਕ ਸੀ, ਇਕੱਠੇ ਇਹ ਬਿਜ਼ਨਸ ਜਾਂ ਫਸਟ ਕਲਾਸ ਦੇ ਵਿੱਚ ਬੈਠ ਕੇ ਦੁਬਈ ਤੋਂ ਵਾਪਸ ਆਉਂਦੇ ਨੇ। ਦੁਬਈ ਦੇ ਵਿੱਚ ਜਿਹੜਾ ਈਵੈਂਟ ਹੁੰਦਾ ਉਸ ਦੇ ਵਿੱਚ ਵੀ ਇਹਨਾਂ ਦੋਹਾਂ ਦੀ ਸ਼ਿਰਕਤ ਇਕੱਠੀ ਹੁੰਦੀ ਹੈ। ਸੋ ਆਫ ਲੇਟ ਪਿਛਲੇ ਤਕਰੀਬਨ 1.5 ਸਾਲ ਤੋਂ ਸਿੱਧੂ ਮੂਸੇਵਾਲਾ ਦੇ ਨਾਲ ਸ਼ਗਨਪ੍ਰੀਤ ਬਾਕਾਇਦਾ ਬਹੁਤ ਨੇੜਤਾ ਤੋਂ ਦਿਖ ਰਿਹਾ ਸੀ। ਬਹੁਤ ਸੇ ਲੋਕਾਂ ਨੇ ਤੇ ਈਵਨ ਅਸੀਂ ਵੀ ਇਸ ਪੁਆਇੰਟ ਨੂੰ ਪਹਿਲਾਂ ਕੰਟੈਸਟ ਕੀਤਾ ਕਿ ਸ਼ਗਨਪ੍ਰੀਤ ਦਾ ਸਿੱਧੂ ਮੂਸੇਵਾਲਾ ਦਾ ਮੈਨੇਜਰ ਹੋਣ ਦੇ ਗੱਲਬਾਤ ਜਾਂ ਤੱਥ ਜਿਹੜੇ ਗੋਲਡੀ ਬਰਾੜ ਵੱਲੋਂ ਇੱਕ ਕਾਰਨ ਦੇ ਰੂਪ ਵਿੱਚ ਦੱਸੇ ਗਏ, ਉਹਨਾਂ ਦੇ ਵਿੱਚ ਕਈ ਕਮੀਆਂ ਖਾਮੀਆਂ ਹੋ ਸਕਦੀਆਂ ਨੇ, ਸੀਗੀਆਂ ਵੀ, ਲੇਕਿਨ ਇਹ ਫੈਕਟ ਰਿਹਾ ਕਿ ਸ਼ਗਨਪ੍ਰੀਤ ਇੱਕ ਬਹੁਤ ਹੀ ਨੇੜਤਾ ਦੇ ਨਾਲ ਸਿੱਧੂ ਮੂਸੇਵਾਲਾ ਦੇ ਨਾਲ ਸੰਬੰਧ ਰੱਖਦਾ ਸੀ। ਉਸ ਦੇ ਉੱਤੇ ਕੋਈ ਇਲਜ਼ਾਮ ਲੱਗਣਾ ਸਿੱਧੂ ਮੂਸੇਵਾਲਾ ਦੇ ਉੱਤੇ ਇੱਕ ਖਤਰੇ ਦੀ ਘੰਟੀ ਸੀ। ਇਸ ਖਤਰੇ ਦੀ ਘੰਟੀ ਦੀ ਆਵਾਜ਼ ਸ਼ਗਨਪ੍ਰੀਤ ਨੇ ਤਾਂ ਚੰਗੀ ਤਰ੍ਹਾਂ ਸੁਣ ਲਈ ਸੀ, ਲੇਕਿਨ ਸਿੱਧੂ ਮੂਸੇਵਾਲਾ ਨੂੰ ਖਤਰੇ ਦੇ ਵਿੱਚ ਹੀ ਛੱਡਤਾ ਗਿਆ ਤੇ ਫਾਈਨਲੀ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ। ਤੇ ਗੱਲ ਸਿਰਫ ਇੱਥੇ ਹੀ ਨਹੀਂ ਰੁਕੀ। ਸ਼ਗਨਪ੍ਰੀਤ ਨੂੰ ਤਾਂ ਸ਼ਾਇਦ ਅੰਦਾਜ਼ਾ ਇਹ ਸੀ ਕਿ ਇਸ ਮਾਮਲੇ ਦੀਆਂ ਕਦੇ ਪਰਤਾਂ ਨਹੀਂ ਖੁੱਲਣਗੀਆਂ। ਉਸ ਦੀ ਆਪਣੀ
ਇਨਵੋਲਵਮੈਂਟ ਜਲਵਾਯੂ ਵਿਹਾਰ ਵਿੱਚ ਜਾ ਕੇ ਉਸਨੇ ਕ੍ਰਿਮੀਨਲਸ ਦੇ ਨਾਲ ਮੁਲਾਕਾਤ ਕੀਤੀ, ਸ਼ੂਟਰ ਦੇ ਨਾਲ ਮੁਲਾਕਾਤ ਕੀਤੀ। ਉਸ ਤੋਂ ਪਹਿਲਾਂ ਪੁਲਿਸ ਫਾਈਲ ਦੇ ਮੁਤਾਬਕ, ਰਿਕਾਰਡ ਦੇ ਮੁਤਾਬਕ ਉਸਨੇ ਉਹਨਾਂ ਨੂੰ ਐਸਕॉर्ट ਵੀ ਕੀਤਾ, ਕਈ ਥਾਂ ਤੇ ਉਹ ਲਗਾਇਆ ਵੀ ਤੇ ਕਈ ਥਾਂ ਤੇ ਉਹ ਛੱਡ ਕੇ ਵੀ ਆਇਆ। ਇਹ ਸਾਰੀ ਚੀਜ਼ਾਂ ਦਾ ਖੁਲਾਸਾ ਹੋਣ ਤੋਂ ਬਾਅਦ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਦੋਂ ਉਹ ਆਸਟ੍ਰੇਲੀਆ ਭੱਜਦਾ ਹੈ, ਉਸ ਤੋਂ ਪਹਿਲਾਂ ਜਾਂ ਉਸ ਦੌਰਾਨ ਉਸਨੇ ਆਪਣੀ ਸੋਸ਼ਲ ਮੀਡੀਆ ਦੀ ਪੂਰੀ ਪ੍ਰੋਫਾਈਲ ਆਊਟ ਕਰਤੀ। ਸੋਸ਼ਲ ਮੀਡੀਆ ਤੋਂ ਆਪਣੀ ਸਾਰੀ ਦੀ ਸਾਰੀ ਪ੍ਰੋਫਾਈਲਸ ਗਾਇਬ ਕਰਨ ਵਾਲੇ ਸ਼ਗਨਪ੍ਰੀਤ ਨੂੰ ਅੰਦਾਜ਼ਾ ਨਹੀਂ ਸੀ ਕਿ ਉਸ ਦੇ ਜਿਹੜੇ ਡਿਜੀਟਲ ਫੁੱਟਪ੍ਰਿੰਟਸ ਨੇ ਕਿੱਥੇ ਪਏ ਨੇ। ਸੋ ਆਪਾਂ ਆਪਣੇ ਚੈਨਲ ਦੇ ਉੱਤੇ ਉਸ ਦੀਆਂ ਤਸਵੀਰਾਂ, ਸਾਫ਼ ਸੁਥਰੀਆਂ ਤਸਵੀਰਾਂ ਲੱਭ ਕੇ ਦਿਖਾਤੀਆਂ, ਦੁਨੀਆ ਨੂੰ ਦੱਸਤਾ ਵੀ ਆਸਟ੍ਰੇਲੀਆ ਦੇ ਵਿੱਚ ਬੈਠਾ, ਲੁਕਿਆ ਛੁਪਿਆ ਬੈਠਾ ਸ਼ਗਨਪ੍ਰੀਤ ਕਿਵੇਂ ਦਾ ਦਿਸਦਾ ਹੈ। ਲੇਕਿਨ ਇਸ ਬੰਦੇ ਨੇ, ਇਸ ਸ਼ਾਤਰ ਇਨਸਾਨ ਨੇ, ਤੁਸੀਂ ਦੇਖੋ ਕਿ ਆਪਣੀ ਪੂਰੀ ਦੀ ਪੂਰੀ ਸੋਸ਼ਲ ਮੀਡੀਆ ਪ੍ਰੋਫਾਈਲ ਉਡਾਤੀ। ਹਾਂ, ਹੋਰਾਂ ਦੀ ਪ੍ਰੋਫਾਈਲਾਂ ਦੇ ਉੱਤੇ ਜਿਹੜੀਆਂ ਇਹਦੀਆਂ ਤਸਵੀਰਾਂ ਪਈਆਂ ਸੀ ਉਡਾ ਨਹੀਂ ਸਕਿਆ, ਤਾਂ ਉੱਥੋਂ ਹੀ ਇਹ ਤਸਵੀਰਾਂ ਅਸੀਂ ਹਾਸਲ ਕੀਤੀਆਂ। ਮੈਂ ਇਸ ਦੀਆਂ ਪੁਰਾਣੀਆਂ ਕੁਝ ਤਸਵੀਰਾਂ ਖੰਗਾਲੀਆਂ ਕਿਉਂਕਿ ਸ਼ਗਨਪ੍ਰੀਤ ਕੋਈ ਅਜਿਹਾ ਕਿਰਦਾਰ ਵੀ ਨਹੀਂ ਸੀ ਜੋ ਕਿ ਲੁਕ ਛੁਪ ਕੇ ਹਮੇਸ਼ਾ ਰਹਿੰਦਾ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦੀ ਭੂਮਿਕਾ ਇੱਕ ਛੁਪੇ ਹੋਏ ਅਪਰਾਧੀ ਦੀ ਤਰ੍ਹਾਂ ਜ਼ਰੂਰ ਰਹੀ, ਲੇਕਿਨ ਉਸ ਤੋਂ ਪਹਿਲਾਂ ਤਾਂ ਉਸ ਦੀਆਂ ਤਸਵੀਰਾਂ ਅਕਸਰ ਫੋਟੋਆਂ ਪੋਸਟਰਾਂ ਤੇ ਛਪਦੀਆਂ ਹੁੰਦੀਆਂ ਸਨ। ਵਿਦਿਆਰਥੀ ਰਾਜਨੀਤੀ ਦੇ ਵਿੱਚ ਉਹ ਐਕਟਿਵ ਰਿਹਾ ਹੈ, ਕਬੱਡੀ ਕੱਪ ਦੇ ਆਰਗੇਨਾਈਜ਼ਰ ਦੇ ਰੂਪ ਵਿੱਚ, ਆਯੋਜਕਾਂ ਦੇ ਰੂਪ ਵਿੱਚ। ਕੁਝ ਤਾਂ ਅਜਿਹੇ ਪੋਸਟਰ ਜੋ ਕਿ ਮੈਂ ਤੁਹਾਡੀ ਨਜ਼ਰ ਕਰਨਾ ਵੀ ਚਾਹਾਂਗਾ, ਜਿਸ ਵਿੱਚ ਕਿ ਹਰਵਿੰਦਰ ਸਿੰਘ ਰਿੰਦੇ ਸੰਧੂ ਤੋਂ ਉੱਤੇ ਸ਼ਗਨਪ੍ਰੀਤ ਸਰਾਓ ਜੋ ਕਿ ਇੱਕ ਚੰਗੇ ਖਾਸੇ ਪਰਿਵਾਰ ਤੋਂ ਸੰਪਰਕ ਰੱਖਦਾ ਹੈ, ਉਸ ਦੀਆਂ ਤਸਵੀਰਾਂ ਛਪੀਆਂ ਹੋਈਆਂ ਨੇ। ਸੋ ਸ਼ਗਨਪ੍ਰੀਤ ਨੇ ਆਪਣੇ ਸਾਰੇ ਡਿਜੀਟਲ ਟ੍ਰੇਸਿਸ ਨੂੰ ਛੁਪਾਉਣ ਦੀ, ਉਹਨਾਂ ਨੂੰ ਇਰੇਜ਼ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਇਸ ਦੇ ਬਾਵਜੂਦ ਤੁਸੀਂ ਇਸ ਬੰਦੇ ਦੀ ਕੋਸ਼ਿਸ਼ ਸਮਝੋ ਕਿ ਇਸਨੇ ਆਪਣੀ ਸਾਰੀਆਂ ਤਸਵੀਰਾਂ ਗਾਇਬ ਕਰਤੀਆਂ ਸੀ। ਇਸ ਨੂੰ ਚੰਗੀ ਤਰ੍ਹਾਂ ਅੰਦਾਜ਼ਾ ਸੀ ਕਿ ਭਵਿੱਖ ਦੇ ਵਿੱਚ ਹੋ ਕੀ ਸਕਦਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਇਹਨਾਂ ਸ਼ੂਟਰਾਂ ਦੇ ਫੜੇ ਜਾਣ ਤੋਂ ਬਾਅਦ ਇਹ ਗਾਜ਼ ਇਹਨਾਂ ਦੇ ਉੱਤੇ ਗਿਰਨੀ ਹੈ। ਸਿੱਧੂ ਮੂਸੇਵਾਲਾ ਦੇ ਉੱਤੇ ਜਿਹੜਾ ਖਤਰਾ ਸੀ ਉਸ ਤੋਂ ਵੀ ਮੈਨੂੰ ਲੱਗਦਾ ਇਹ ਭਲੀ ਭਾਂਤੀ ਜਾਣੂ ਸੀ, ਲੇਕਿਨ ਇਸ ਨੇ ਆਪਣੀ ਹਿਫਾਜ਼ਤ ਕੀਤੀ ਤੇ ਸਿੱਧੂ ਮੂਸੇਵਾਲਾ ਨੂੰ ਕਾਫੀ ਹੱਦ ਤੱਕ ਇਸ ਭੁਲੇਖੇ ਦੇ ਵਿੱਚ ਸ਼ਾਇਦ ਰੱਖਿਆ ਗਿਆ ਕਿ ਇਹ ਆ ਕੇ ਸਪਸ਼ਟੀਕਰਨ ਵਾਪਸ ਦੇਗਾ। ਨਾ ਤਾਂ ਵਾਪਸ ਆਇਆ, ਨਾ ਸਪਸ਼ਟੀਕਰਨ ਹੋਇਆ। ਲੇਕਿਨ ਇਨ ਦਾ ਮੀਨ ਟਾਈਮ ਗੋਲਡੀ ਬਰਾੜ ਤੇ ਜਿਹੜੇ ਲਾਰੈਂਸ ਬਿਸ਼ਨੋਈ ਦੇ ਗੈਂਗਸਟਰ ਸਨ, ਉਹਨਾਂ ਨੇ ਵਿੱਕੀ ਮਿੱਡੂ ਖੇੜਾ ਦਾ ਬਦਲਾ ਲੈਣ ਦੇ ਪੱਖੋਂ ਕਹਿ ਲਈਏ ਜਾਂ ਉਸ ਅਪਰਾਧਿਕ ਸਾਜ਼ਿਸ਼ ਜੋ ਕਿ ਪਿਛਲੇ ਕਈ ਸਾਲਾਂ ਤੋਂ ਉਹ ਘੜਦੇ ਆ ਰਹੇ ਸਨ ਸਿੱਧੂ ਮੂਸੇਵਾਲਾ ਦੇ ਕਤਲ ਦੀ, ਉਸ ਨੂੰ ਅੰਜਾਮ ਦਿੱਤਾ। ਸੋ ਇਹ ਤਾਂ ਸ਼ਗਨਪ੍ਰੀਤ ਦੀ ਗੱਲ ਹੈ। ਹੁਣ ਰੈੱਡ ਕਾਰਨਰ ਨੋਟਿਸ ਉਸਦੇ ਜੇ ਜਾਰੀ ਹੋਣਗੇ, ਇਹ ਵੇਖਣਾ ਹੋਏਗਾ ਕਿ ਸ਼ਗਨਪ੍ਰੀਤ ਦੀ ਜਿਹੜੀ ਭੂਮਿਕਾ ਵਿੱਕੀ ਮਿੱਡੂ ਖੇੜਾ ਦੇ ਕੇਸ ਦੇ ਵਿੱਚ ਹੈ, ਕੀ ਉਸਦੇ ਬੇਸ ਉੱਤੇ ਰੈੱਡ ਕਾਰਨਰ ਨੋਟਿਸ ਜਾਰੀ ਹੋ ਵੀ ਸਕਦਾ ਹੈ, ਕਿਉਂਕਿ ਰੈੱਡ ਕਾਰਨਰ ਨੋਟਿਸ ਜਾਰੀ ਹੋਣਾ ਐਡਾ ਸੌਖਾ ਇਸ਼ੂ ਵੀ ਨਹੀਂ ਹੈ। ਉਸ ਦੇ ਲਈ ਤੁਹਾਨੂੰ ਇੱਕ ਆਦਮੀ ਦੀ ਅਪਰਾਧਿਕ ਜਿਹੜੀ ਇਨਵੋਲਵਮੈਂਟ ਹੈ ਬਿਯੋਂਡ ਅ ਸਰਟਨ ਰੀਜ਼ਨੇਬਲ ਡਾਊਟ ਸਥਾਪਿਤ ਤੇ ਸਾਬਤ ਵੀ ਕਰਨੀ ਪੈਣੀ ਹੈ, ਤੇ ਉਸ ਦੀ ਭੂਮਿਕਾ ਦਾ ਐਂਗਲ ਕੀ ਹੈ। ਜੇ ਸਿਰਫ ਇੱਕ ਫਲੈਟ ਦੇ ਵਿੱਚ ਉਹਦਾ ਜਾਣਾ ਜਾਂ ਸ਼ੂਟਰਾਂ ਨੂੰ ਮਿਲਣਾ ਇੱਕ ਉਹ ਆਧਾਰ ਹੈ ਜਿਸ ਬੇਸ ਉੱਤੇ ਉਸਦਾ ਰੈੱਡ ਨੋਟਿਸ ਜਾਰੀ ਹੋ ਸਕਦਾ, ਤਾਂ ਮੈਨੂੰ ਇਸ ਉੱਤੇ ਡਾਊਟ ਹੈ। ਲੇਕਿਨ ਨੈਵਰਦਲੈਸ ਪੰਜਾਬ ਪੁਲਿਸ ਤੇ ਭਾਰਤ ਦੀ ਏਜੰਸੀਆਂ ਕੋਸ਼ਿਸ਼ ਪੂਰੀਆਂ ਕਰਨਗੀਆਂ, ਕਿਉਂਕਿ ਸ਼ਗਨਪ੍ਰੀਤ ਹੀ ਉਹ ਕੜੀ ਹੈ ਜਿੱਥੋਂ ਕਿ ਅੱਗੇ ਦੀ ਕਹਾਣੀ ਖੁੱਲ੍ਹਣੀ ਹੈ। ਸ਼ਗਨਪ੍ਰੀਤ ਉੱਤੇ ਬਹੁਤ ਸੇ ਅਜਿਹੇ ਹਲਕੇ ਤੇ ਪੱਖ ਨੇ ਜੋ ਕਿ ਸਾਇਲੈਂਟ ਨੇ। ਪਿਛਲੇ ਆਪਾਂ 13 ਮਹੀਨਿਆਂ ਦੌਰਾਨ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਇੰਨੀ ਹਲਚਲ ਵੇਖੀ ਹੈ, ਇੰਨੀਆਂ ਗੱਲਾਂ ਬਾਤਾਂ, ਇੰਨੇ ਤੱਥ ਤੇ ਚੀਜ਼ਾਂ ਉੱਭਰਦੀਆਂ ਹੋਈਆਂ ਵੇਖੀਆਂ ਨੇ, ਲੇਕਿਨ ਸ਼ਗਨਪ੍ਰੀਤ ਦਾ ਜਿਹੜਾ ਮਸਲਾ ਹੈ ਉਸ ਨੂੰ ਕਿਸੇ ਨੇ ਖੁੱਲ੍ਹ ਕੇ ਡਿਸਕਸ ਨਹੀਂ ਕੀਤਾ। ਸੋ ਸ਼ਗਨਪ੍ਰੀਤ ਅੱਜ ਵੀ 13 ਮਹੀਨੇ ਬਾਅਦ ਵੀ ਚੁੱਪ ਕਿਉਂ ਹੈ? ਉਹਨਾਂ ਪੁਆਇੰਟਾਂ ਤੇ ਚੁੱਪ ਹੈ। ਜੇ ਆਪਣੇ ਮਰਜ਼ੀ ਦੇ ਮੀਡੀਆ ਦੇ ਨਾਲ ਉਹਨੇ ਗੱਲਬਾਤ ਕਰਨੀ ਹੈ ਤੇ ਆਪਣੀ ਮਰਜ਼ੀ ਦਾ ਜਿਹੜਾ ਪੱਖ ਲੋਕਾਂ ਦੇ ਸਾਹਮਣੇ ਰੱਖਣਾ ਇੱਕ ਵੱਖਰੀ ਕਹਾਣੀ ਹੈ, ਲੇਕਿਨ ਉਹ ਮੁੱਦੇ ਜਿਸ ਉੱਤੇ ਕਿ ਸਪਸ਼ਟਤਾ ਦੇ ਨਾਲ ਉਸ ਤੋਂ 2 ਸਵਾਲ ਬਣਦੇ ਨੇ, ਉਹਨਾਂ 2 ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਵੀ ਉਸ ਨੂੰ ਤਕਲੀਫ ਕਿਉਂ ਹੋ ਰਹੀ ਹੈ, ਇਸ ਚੀਜ਼ ਦਾ ਅੰਦਾਜ਼ਾ ਅਸੀਂ ਤੁਸੀਂ ਸਹਿਜੇ ਲਾ ਸਕਦੇ ਹਾਂ। ਜਿਹੜੀ ਚਾਰਜਸ਼ੀਟ ਪੁਲਿਸ ਵੱਲੋਂ ਦਾਇਰ ਕੀਤੀ ਗਈ ਹੈ ਵਿੱਕੀ ਮਿੱਡੂ ਖੇੜਾ ਕਤਲ ਕੇਸ ਦੇ ਵਿੱਚ, ਉਸ ਦੇ ਵਿੱਚ ਮਨਦੀਪ ਸਿੰਘ ਧਾਲੀਵਾਲ ਦੀ ਓਡੀ ਭੂਮਿਕਾ ਨਹੀਂ ਹੈ। ਹਾਂ, ਧਰਮਿੰਦਰ ਗੁਗਨੀ ਤੇ ਕੁਝ ਹੋਰ ਅਜਿਹੇ ਕ੍ਰਿਮੀਨਲਸ ਦਾ ਜ਼ਿਕਰ ਵੀ ਹੈ ਜਿਨ੍ਹਾਂ ਤੋਂ ਪੁੱਛਗਿੱਛ ਹੋਣੀ ਉਸ ਵਕਤ ਤੱਕ ਬਾਕੀ ਸੀ। ਸੋ ਵਿੱਕੀ ਮਿੱਡੂ ਖੇੜਾ ਕੇਸ ਦੇ ਵਿੱਚ ਵੀ ਜਿਹੜੀ ਇਨਵੈਸਟੀਗੇਸ਼ਨ ਹੈ ਆਪਾਂ ਤਦ ਤੱਕ ਮੁਕੰਮਲ ਨਹੀਂ ਸਮਝ ਸਕਦੇ ਜਦ ਤੱਕ ਮੇਨ ਅਹਿਮ ਕੜੀ ਸ਼ਗਨਪ੍ਰੀਤ ਪੁਲਿਸ ਦੇ ਹੱਥੇ ਨਹੀਂ ਚੜ ਜਾਂਦਾ। ਇਸ ਦੇ ਨਾਲ ਹੀ ਅੱਜ ਦੀ ਇਸ ਰਿਪੋਰਟ ਦਾ ਜਿਹੜਾ ਦੂਸਰਾ ਪਾਰਟ ਹੈ ਉਸ ਦੇ ਵਿੱਚ ਆਪਾਂ ਅਫਸਾਨਾ ਖਾਨ ਦਾ ਥੋੜਾ ਜ਼ਿਕਰ ਇਸ ਵਾਸਤੇ ਕਰਨਾ ਹੈ ਕਿਉਂਕਿ ਗੋਲਡੀ ਬਰਾੜ ਨੇ ਆਪਣੀ ਇੰਟਰਵਿਊ ਦੇ ਵਿੱਚ ਬਾਕਾਇਦਾ ਇੱਕ ਤੋਂ ਬਾਅਦ ਇੱਕ ਬੈਕ ਟੂ ਬੈਕ 3 ਇੰਟਰਵਿਊਜ਼ ਦੇ ਵਿੱਚ ਹਰ ਵਾਰ ਉਸਨੇ ਅਫਸਾਨਾ ਖਾਨ ਦਾ ਜ਼ਿਕਰ ਕੀਤਾ ਹੈ। ਮਸਲਾ ਉਸਦੇ ਭਰਾ ਯਾਨੀ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਦਾ ਹੈ। ਗੁਰਲਾਲ ਬਰਾੜ ਨੂੰ ਅਕਤੂਬਰ 2020 ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ। ਗੁਰਲਾਲ ਬਰਾੜ ਦਾ ਜਿਹੜਾ ਕਤਲ ਲੱਕੀ ਪਟਿਆਲ ਬੈਠ ਕੇ ਕਰਾਂਦਾ ਹੈ। ਦਵਿੰਦਰ ਬੰਬੀਹਾ ਗੈਂਗ ਦੇ ਜਿਹੜੇ ਮੇਨ ਸ਼ੂਟਰ ਜਿਸ ਵਿੱਚ ਕਿ ਨੀਰਜ ਚਸਕਾ ਸ਼ਾਮਲ ਸੀ, ਉਸ ਤੋਂ ਲੱਕੀ ਪਟਿਆਲ ਨੇ ਗੁਰਲਾਲ ਬਰਾੜ ਦਾ ਕਤਲ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਵਿੱਚ ਕਰਵਾਇਆ ਤੇ ਗੁਰਲਾਲ ਬਰਾੜ ਦਾ ਕਤਲ ਇੱਕ ਸੀਕੁਅਲ ਇੱਕ ਗੈਂਗਵਾਰ ਦਾ ਹਿੱਸਾ ਮੰਨਿਆ ਗਿਆ। ਲਵੀ ਦਿਉੜਾ ਨਾਂ ਦੇ ਇੱਕ ਗੈਂਗਸਟਰ ਦਾ ਕਤਲ ਹੋਇਆ ਸੀ ਜਿਸ ਨੂੰ ਪੋਲਾ ਸ਼ੂਟਰ ਤੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਕੁਝ ਮੈਂਬਰਾਂ ਨੇ ਜਾ ਕੇ ਮਾਰਿਆ ਸੀਗਾ। ਇਹ ਫਰੀਦਕੋਟ ਦੀ ਘਟਨਾ ਦੱਸੀ ਜਾਂਦੀ ਸੀ, ਕੁਝ ਸਾਲ ਪਹਿਲਾਂ ਦੀ ਘਟਨਾ ਸੀ, ਲੇਕਿਨ ਉਸ ਦੀ ਜਵਾਬੀ ਕਾਰਵਾਈ ਵਜੋਂ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਏ ਦੇ ਬਾਹਰ ਗੁਰਲਾਲ ਬਰਾੜ ਨੂੰ ਮਾਰਤਾ ਗਿਆ। ਗੋਲਡੀ ਬਰਾੜ ਵੱਲੋਂ ਗੁਰਲਾਲ ਬਰਾੜ ਦੇ ਕਤਲ ਦੇ ਕੇਸ ਦੇ ਵਿੱਚ ਅਫਸਾਨਾ ਖਾਨ ਦਾ ਜ਼ਿਕਰ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਯਾਨੀ ਕਿ ਉਸੇ ਸ਼ਾਮ ਲਿਆ ਜਾਂਦਾ ਹੈ ਜਦੋਂ ਕਿ ਉਸਨੇ ਪਹਿਲੀ ਵਾਰ ਅਫਸਾਨਾ ਖਾਨ ਦਾ ਨਾਂ ਲਿਆ। ਇਸ ਤੋਂ ਪਹਿਲਾਂ ਅਫਸਾਨਾ ਖਾਨ ਦਾ ਕਦੇ ਜ਼ਿਕਰ ਨਹੀਂ ਆਇਆ ਸੀ। ਗੁਰਲਾਲ ਬਰਾੜ ਦੇ ਕਤਲ ਪਿੱਛੇ
ਸਿੱਧੂ ਮੂਸੇਵਾਲਾ ਦੀ ਕਿਸੇ ਇਨਵੋਲਵਮੈਂਟ ਦੀ ਵੀ ਕੋਈ ਗੱਲਬਾਤ ਨਹੀਂ ਸੀ। ਸੋ ਕਿਸ ਤਰੀਕੇ ਦੇ ਨਾਲ ਗੋਲਡੀ ਬਰਾੜ ਨੇ ਇਹ ਦੋਵੇਂ ਚੀਜ਼ਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ, ਇਹ ਵੀ ਆਪਣੇ ਆਪ ਵਿੱਚ ਹੈਰਾਨ ਕਰ ਦੇਣ ਵਾਲੀ ਸੀ, ਕਿਉਂਕਿ ਗੁਰਲਾਲ ਬਰਾੜ ਦੇ ਕਈ ਸਾਲ ਪਹਿਲਾਂ ਹੋਏ ਕਤਲ ਤੋਂ ਲੈ ਕੇ ਵਿੱਕੀ ਮਿੱਡੂ ਖੇੜਾ ਦੇ ਕਤਲ ਤੱਕ ਇਸ ਵਕਫੇ ਦੌਰਾਨ ਵੀ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੀਆਂ ਤੇ ਕਈ ਹਾਈ ਕੈਲੀਬਰ ਸ਼ੂਟਰਸ ਨੂੰ ਹਾਇਰ ਕਰਨ ਦੀਆਂ ਕੋਸ਼ਿਸ਼ਾਂ ਲਾਰੈਂਸ ਬਿਸ਼ਨੋਈ ਕਰਦਾ ਰਿਹਾ। ਗੋਲਡੀ ਬਰਾੜ ਵੀ ਇਸ ਕਵਾਇਦ ਦੇ ਵਿੱਚ ਲੱਗਿਆ ਰਿਹਾ, ਲੇਕਿਨ ਪਬਲਿਕਲੀ ਕਦੇ ਵੀ ਇਹ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਕਰਨ ਦੀ ਆਪਣੀ ਮਨਸ਼ਾ ਜਾਂ ਫਿਰ ਕਹਿ ਲਈ ਕਿ ਸਿੱਧੂ ਮੂਸੇਵਾਲਾ ਨੂੰ ਆਪਣੀ ਹਿੱਟ ਲਿਸਟ ਦੇ ਉੱਤੇ ਕਦੀ ਮੰਨਿਆ ਨਹੀਂ ਹੈ, ਉਹ ਵੀ ਗੁਰਲਾਲ ਬਰਾੜ ਦੇ ਮਰਡਰ ਦੇ ਕੰਟੈਕਸਟ ਦੇ ਵਿੱਚ। ਲੇਕਿਨ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਕਰਤਾ ਜਾਂਦਾ ਹੈ, ਮੂਸੇਵਾਲਾ ਕਤਲ ਕਰਨ ਤੋਂ ਬਾਅਦ ਇੱਕ ਪਾਸੇ ਤਾਂ ਵਿੱਕੀ ਮਿੱਡੂ ਖੇੜਾ ਦੀ ਮੌਤ ਦੇ ਬਦਲੇ ਵਜੋਂ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਗੋਲਡੀ ਬਰਾੜ ਨੇ ਕੀਤੀ, ਲੇਕਿਨ ਨਾਲ ਹੀ ਨਾਲ ਉਸਨੇ ਗੁਰਲਾਲ ਬਰਾੜ ਦੀ ਗੱਲ ਵੀ ਕਰਤੀ ਤੇ ਇਹ ਕਿਹਾ ਕਿ ਗੁਰਲਾਲ ਬਰਾੜ ਨੂੰ ਅਫਸਾਨਾ ਖਾਨ, ਜਿਸ ਦੇ ਨਾਲ ਕਿ ਇੱਕ ਮੀਟਿੰਗ ਹੋਈ ਸੀ, ਇੱਕ ਵਿਵਸਾਇਕ ਯਾਨੀ ਕਿ ਇੱਕ ਕਮਰਸ਼ੀਅਲ ਲੈਵਲ ਦੇ ਉੱਤੇ ਇੱਕ ਗਾਣਾ ਲਿਖਵਾਇਆ ਜਾਣਾ ਸੀ, ਉਸ ਨੂੰ ਗਵਾਇਆ ਜਾਣਾ ਸੀ। ਗੁਰਲਾਲ ਨੇ ਇੱਕ ਮਿਊਜ਼ਿਕ ਕੰਪਨੀ ਖੋਲ੍ਹੀ ਸੀ, ਉਸ ਦੀ ਮੁਲਾਕਾਤ ਹੁੰਦੀ ਹੈ ਕੁਝ ਸਾਲ ਪਹਿਲਾਂ ਅਫਸਾਨਾ ਖਾਨ ਦੇ ਨਾਲ ਗੱਲਬਾਤ ਦੌਰਾਨ। ਹੁਣ ਵੀ ਉਸਨੇ ਰਿਪੀਟ ਕੀਤਾ ਕਿ ਲੂਜ਼ ਟਾਕ ਗੁਰਲਾਲ ਬਰਾੜ ਵੱਲੋਂ ਕੀਤੀ ਗਈ, ਜਿਸ ਦੀ ਸ਼ਿਕਾਇਤ ਜਦੋਂ ਅਫਸਾਨਾ ਖਾਨ ਨੇ ਕਥਿਤ ਤੌਰ ਉੱਤੇ ਸਿੱਧੂ ਮੂਸੇਵਾਲਾ ਨੂੰ ਕੀਤੀ ਤਾਂ ਸਿੱਧੂ ਮੂਸੇਵਾਲਾ ਦੇ ਇੱਕ ਖਾਸ ਬੰਦੇ ਯਾਨੀ ਕਿ ਮਨਦੀਪ ਸਿੰਘ ਧਾਲੀਵਾਲ, ਜਿਹਦਾ ਜ਼ਿਕਰ ਆਪਾਂ ਪਿਛਲੀ ਰਿਪੋਰਟ ਦੇ ਵਿੱਚ ਕੀਤਾ ਸੀ, ਉਸਨੇ ਫੋਨ ਕਰਕੇ ਗੁਰਲਾਲ ਬਰਾੜ ਨੂੰ ਧਮਕਾਇਆ। ਉਸਨੇ ਕਿਹਾ ਕਿ ਤੇਰੀ ਐਡੀ ਔਕਾਤ ਹੋਗੀ ਕਿ ਤੂੰ ਹੁਣ ਇਹਨਾਂ ਤੋਂ ਪੈਸੇ ਲਏਗਾ, ਇਹਨਾਂ ਨੂੰ ਧਮਕੀਆਂ ਦੇਗਾ, ਇਸ ਤਰੀਕੇ ਦੀ ਗੱਲਬਾਤ ਹੋਈ। ਸੋ ਸਾਰੀ ਦੀ ਸਾਰੀ ਗੱਲਬਾਤ ਨੂੰ ਗੁਰਲਾਲ ਬਰਾੜ ਨੇ ਜਜ਼ਬ ਕਰ ਲਿਆ ਤੇ ਉਸਨੇ ਸ਼ਿਕਾਇਤ ਕਿਸੇ ਨੂੰ ਨਹੀਂ ਕੀਤੀ। ਉਸਨੇ ਆਪਣੇ ਗਰੁੱਪ ਜਾਂ ਆਪਣੇ ਕਹਿ ਲਈ ਵੀ ਗੁੱਟ ਦੇ ਵਿੱਚ ਇਸ ਚੀਜ਼ ਦੀ ਭਣਕ ਵੀ ਕਿਸੇ ਨੂੰ ਲੱਗਣ ਨਹੀਂ ਦਿੱਤੀ ਕਿ ਉਸ ਨੂੰ ਇਸ ਤਰੀਕੇ ਦਾ ਕੋਈ ਫੋਨ ਆਇਆ ਸੀ। ਇਸ ਘਟਨਾ ਤੋਂ, ਇਹ ਕਥਿਤ ਘਟਨਾ ਜਿਹੜੀ ਕਿ ਅਫਸਾਨਾ ਖਾਨ ਵੱਲੋਂ ਕੋਈ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਫਿਰ ਉਸ ਸ਼ਿਕਾਇਤ ਦੇ ਐਵਜ਼ ਦੇ ਵਿੱਚ ਮਨਦੀਪ ਧਾਲੀਵਾਲ ਗੁਰਲਾਲ ਬਰਾੜ ਨੂੰ ਧਮਕਾਉਂਦਾ ਹੈ। ਇਸ ਘਟਨਾ ਤੋਂ ਕੁਝ ਹੀ ਦਿਨ ਬਾਅਦ ਗੁਰਲਾਲ ਬਰਾੜ ਦਾ ਕਤਲ ਕਰਤਾ ਜਾਂਦਾ ਹੈ। ਸੋ ਗੁਰਲਾਲ ਬਰਾੜ ਦਾ ਜਿਹੜਾ ਕਤਲ ਕੀਤਾ ਜਾਂਦਾ ਹੈ ਉਸ ਨੂੰ ਇਸ ਮਾਮਲੇ ਦੇ ਨਾਲ ਲਿੰਕ ਕਰਕੇ ਦੇਖਣਾ ਕਿੰਨਾ ਕੁ ਵਾਜਿਬ ਹੈ, ਇਸ ਉੱਤੇ ਇੱਕ ਬਹੁਤ ਵੱਡਾ ਸਵਾਲ ਹੈ, ਕਿਉਂਕਿ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ 2019 ਤੋਂ ਲੈ ਕੇ 2022 ਤੱਕ ਸਿੱਧੂ ਮੂਸੇਵਾਲਾ ਦੇ ਕਤਲ ਦੌਰਾਨ ਇਹ ਜਿਹੜਾ ਐਂਗਲ ਸੀ ਕਦੇ ਵੀ ਚਰਚਾ ਦੇ ਵਿੱਚ ਨਹੀਂ ਆਇਆ, ਕਦੇ ਵੀ ਇਹ ਗੱਲਬਾਤ ਨਹੀਂ ਉੱਭਰੀ। ਹਾਂ, ਗੁਰਲਾਲ ਬਰਾੜ ਦਾ ਜਿਹੜਾ ਕਤਲ ਕਰਾਇਆ ਗਿਆ ਹੈ ਉਹ ਦਵਿੰਦਰ ਬੰਬੀਹਾ ਗੈਂਗਸਟਰਾਂ ਵੱਲੋਂ ਜਾਂ ਫਿਰ ਲੱਕੀ ਪਟਿਆਲ ਦੇ ਸ਼ੂਟਰਾਂ ਵੱਲੋਂ ਕਰਾਇਆ ਗਿਆ ਹੈ, ਇਹ ਚੀਜ਼ ਪਬਲਿਕ ਡੋਮੇਨ ਦੇ ਵਿੱਚ ਸੀ। ਗੋਲਡੀ ਬਰਾੜ ਦੀ ਲੱਕੀ ਪਟਿਆਲ ਦੀ ਆਪਸ ਦੇ ਵਿੱਚ ਫੋਨ ਦੇ ਉੱਤੇ ਵੀ ਕਾਫੀ ਗਰਮੋ-ਗਰਮੀ ਹੋ ਚੁੱਕੀ ਸੀ ਤੇ ਉਸ ਦੀਆਂ ਜਿਹੜੀਆਂ ਆਡੀਓ ਕਲਿੱਪ ਸੀ ਉਹ ਵੀ ਅੰਡਰਵਰਲਡ ਦੇ ਵਿੱਚ ਵਾਇਰਲ ਹੋ ਰਹੀਆਂ ਸੀ। ਇਹ ਸਾਰੀਆਂ ਗੱਲਾਂ ਬਾਤਾਂ ਕਲੀਅਰ ਸਨ, ਲੇਕਿਨ ਕਿਤੇ ਵੀ ਅਫਸਾਨਾ ਖਾਨ ਦਾ ਜਿਹੜਾ ਜ਼ਿਕਰ ਸੀ ਜਾਂ ਉਸ ਵੱਲੋਂ ਕੋਈ ਅਜਿਹੀ ਗੱਲਬਾਤ ਉਸ ਦੇ ਨਾਲ ਹੋਈ, ਕੋਈ ਲੂਜ਼ ਟਾਕ ਗੁਰਲਾਲ ਬਰਾੜ ਵੱਲੋਂ ਕੀਤੀ ਗਈ, ਇਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੀ ਕਿਉਂ ਸਾਹਮਣੇ ਲਿਆਂਦੀ ਗਈ। ਸੋ ਕੀ ਸਿੱਧੂ ਮੂਸੇਵਾਲਾ ਦਾ ਕਤਲ, ਜੋ ਕਿ ਕਈ ਸਾਲਾਂ ਤੋਂ ਲਾਰੈਂਸ ਬਿਸ਼ਨੋਈ ਪਲਾਨ ਕਰ ਰਿਹਾ ਸੀ, ਜਿਸ ਨੂੰ ਐਗਜ਼ੀਕਿਊਟ ਕਰਨ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੂੰ ਦਿੱਤੀ ਗਈ ਸੀ, ਉਸ ਲਈ ਇੱਕ ਬਹਾਨੇ ਜਾਂ ਇੱਕ ਕਾਰਨ ਵਜੋਂ ਇਹ ਸਾਰੇ ਕੇਸਾਂ ਨੂੰ ਆਧਾਰ ਬਣਾਇਆ ਜਾ ਰਿਹਾ। ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਵਿੱਕੀ ਮਿੱਡੂ ਖੇੜਾ ਦੇ ਕੰਟੈਕਟ ਦੇ ਵਿੱਚ ਸ਼ਗਨਪ੍ਰੀਤ ਦੀ ਭੂਮਿਕਾ ਤੇ ਸ਼ਗਨਪ੍ਰੀਤ ਦੀ ਸਿੱਧੂ ਮੂਸੇਵਾਲਾ ਦੇ ਨਾਲ ਕੰਟੈਕਟ ਹੋਣਾ, ਇਹ ਚੀਜ਼ ਸਮਝ ਵਿੱਚ ਆਉਂਦੀ ਹੈ। ਮਨਦੀਪ ਸਿੰਘ ਧਾਲੀਵਾਲ ਤੇ ਸਿੱਧੂ ਮੂਸੇਵਾਲਾ ਦੇ ਵਿੱਚ ਕੰਟੈਕਟ ਸਮਝ ਵਿੱਚ ਆਉਂਦੇ ਨੇ, ਲੇਕਿਨ ਨਾ ਤਾਂ ਗੁਰਲਾਲ ਬਰਾੜ ਦੇ ਕੇਸ ਦੇ ਵਿੱਚ ਤੇ ਨਾ ਹੀ ਜਿਹੜਾ ਵਿੱਕੀ ਮਿੱਡੂ ਖੇੜਾ ਦਾ ਕਤਲ ਹੈ, ਇਸ ਕੇਸ ਦੇ ਵਿੱਚ, ਦੋਵਾਂ ਕੇਸਾਂ ਦੇ ਵਿੱਚ ਮਨਦੀਪ ਸਿੰਘ ਧਾਲੀਵਾਲ ਦੀ ਕੋਈ ਡਾਇਰੈਕਟ ਇਨਵੋਲਵਮੈਂਟ ਅਜੇ ਤੱਕ ਤਫਤੀਸ਼ਾਂ ਦੇ ਵਿੱਚ ਸਾਹਮਣੇ ਨਹੀਂ ਆ ਸਕੀ ਹੈ। ਸੋ ਬੇਸ਼ੱਕ ਮਨਦੀਪ ਸਿੰਘ ਧਾਲੀਵਾਲ ਨੇ ਗੁਰਲਾਲ ਬਰਾੜ ਨੂੰ ਧਮਕਾਇਆ ਹੋ ਸਕਦਾ ਹੈ, ਇਹ ਗੱਲਬਾਤ ਨੂੰ ਜੇ ਆਪਾਂ ਇੱਕ ਮਿੰਟ ਲਈ ਅਜ਼ੰਪਸ਼ਨ ਨੂੰ ਠੀਕ ਮੰਨ ਵੀ ਲਈਏ, ਉਸ ਸਥਿਤੀ ਦੇ ਵਿੱਚ ਵੀ ਗੁਰਲਾਲ ਬਰਾੜ ਨੇ ਅੱਗੇ ਕੋਈ ਸ਼ਿਕਾਇਤ ਨਹੀਂ ਕੀਤੀ, ਉਸ ਦੀ ਕੋਈ ਰੰਜਿਸ਼ ਨਹੀਂ ਉਸ ਤਰੀਕੇ ਦੀ ਸੀ, ਮਨ ਦੇ ਵਿੱਚ ਉਹਨੇ ਕੋਈ ਗੱਲ ਨਹੀਂ ਰੱਖੀ, ਉਸਨੇ ਇਸ ਗੱਲਬਾਤ ਨੂੰ ਬਹੁਤ ਹੀ ਸੁਖਾਲੇ ਤਰੀਕੇ ਦੇ ਨਾਲ ਲਿਆ। ਗੁਰਲਾਲ ਬਰਾੜ ਵੱਲੋਂ ਜਦੋਂ ਮਨਦੀਪ ਸਿੰਘ ਧਾਲੀਵਾਲ ਵੱਲੋਂ ਜੇ ਫੋਨ ਦੇ ਉੱਤੇ ਉਸ ਨੂੰ ਕਥਿਤ ਤੌਰ ਦੇ ਉੱਤੇ ਧਮਕਾਇਆ ਗਿਆ ਵੀ, ਜੇ ਇਸ ਵਿਸ਼ੇ ਨੂੰ ਐਸਕੇਲੇਟ ਹੀ ਉਸਨੇ ਕਿਸੇ ਨਾਲ ਨਹੀਂ ਕੀਤਾ, ਇਸ ਮੁੱਦੇ ਦਾ ਕਦੇ ਵਿਸ਼ਾ ਆਪਣੇ ਉਸਦੇ ਭਾਈਚਾਰੇ ਦੇ ਵਿੱਚ ਵੀ ਨਹੀਂ ਬਣਿਆ, ਕਦੇ ਕੋਈ ਸ਼ਿਕਾਇਤ ਨਹੀਂ, ਕੋਈ ਗੱਲਬਾਤ ਨਹੀਂ, ਉਸ ਤੋਂ ਬਾਅਦ ਜੇ ਕੁਝ ਹੋਰ ਕਾਰਨਾਂ ਕਰਕੇ ਗੁਰਲਾਲ ਬਰਾੜ ਦਾ ਕਤਲ ਹੋਇਆ ਹੋਵੇ, ਇਸ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿਉਂਕਿ ਇਸ ਚੀਜ਼ ਨੂੰ ਖੁਦ ਗੋਲਡੀ ਬਰਾੜ ਮੰਨਦਾ ਹੈ ਕਿ ਗੁਰਲਾਲ ਬਰਾੜ ਸੱਟੇ, ਦੜੇ ਤੇ ਇਸ ਕਿਸਮ ਦੇ ਜਿਹੜੇ ਅਵੈਧ ਧੰਦੇ ਸੀ ਉਸ ਇਲਾਕੇ ਦੇ ਵਿੱਚ, ਜੈਤੋ, ਫਰੀਦਕੋਟ, ਫਿਰੋਜ਼ਪੁਰ, ਇਹ ਸਾਰੇ ਜਿਹੜੇ ਇਲਾਕੇ ਹੈਗੇ ਨੇ, ਇਹਨਾਂ ਦੇ ਵਿੱਚ ਖਾਸ ਕਰਕੇ ਜੈਤੋ ਦਾ ਇਲਾਕਾ ਇੱਥੇ ਆਉਂਦਾ ਜਿੱਥੇ ਕਿ ਗੁਰਲਾਲ ਬਰਾੜ ਕਾਫੀ ਐਕਟਿਵ ਸੀ। ਸੋ ਦੜੇ ਸੱਟੇ ਦੇ ਕੰਮਕਾਜ ਦੇ ਵਿੱਚ ਉਸ ਦੀ ਇਲੀਗਲ ਗਤੀਵਿਧੀਆਂ ਦੇ ਵਿੱਚ ਇਨਵੋਲਵਮੈਂਟ ਸੀ। ਬੇਸ਼ੱਕ ਕੋਈ ਗੈਂਗਸਟਰ ਨਹੀਂ ਸੀ, ਉਹ ਓਵਰਗਰਾਊਂਡ ਚੱਲਣ ਵਾਲਾ ਇੱਕ ਸਟੂਡੈਂਟ ਪੋਲਿਟਿਕਸ ਤੋਂ ਨਿਕਲਿਆ ਹੋਇਆ ਇੱਕ ਅਜਿਹਾ ਦਬੰਗ ਲੀਡਰ ਉੱਭਰ ਰਿਹਾ ਸੀ ਜਿਸ ਨੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸੱਟੇ ਦਾ ਕੰਮ ਸ਼ੁਰੂ ਕਰ ਰੱਖਿਆ ਸੀ। ਲੇਕਿਨ ਉਸ ਸੱਟੇ ਦੇ ਬਾਜ਼ਾਰ ਦੇ ਵਿੱਚ ਵੀ ਮੁਕਾਬਲੇਬਾਜ਼ੀ ਸੀ ਤੇ ਉਸ ਇਲਾਕੇ ਦੇ ਵਿੱਚ ਗੁਰਲਾਲ ਬਰਾੜ ਦਾ ਜਿਹੜਾ ਰਸੂਖ ਤੇ ਪ੍ਰਭਾਵ ਵੱਧਦਾ ਪਿਆ ਸੀ, ਉਹ ਦਵਿੰਦਰ ਬੰਬੀਹਾ, ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ ਵਰਗੇ ਹੋਰ ਜਿਹੜੇ ਕ੍ਰਿਮੀਨਲ ਤੇ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੈਠੇ ਜਾਂ ਫਿਰ ਉਹਨਾਂ ਦੇ ਨਾਲ ਦੇ ਉਹਨਾਂ ਦੀ ਲੀਗ ਦੇ ਜਿਹੜੇ ਗੈਂਗਸਟਰ ਬੈਠੇ ਸੀ, ਉਹਨਾਂ ਲਈ ਇੱਕ ਰੜਕ ਦਾ ਕਾਰਨ ਹੋ ਸਕਦਾ ਹੈ। ਇੱਥੇ ਗੁਰਲਾਲ ਬਰਾੜ ਦੇ ਕਤਲ ਦੇ ਪਿੱਛੇ ਦੇ ਅਸਲੀ ਕਾਰਨਾਂ ਦੇ ਵਿੱਚ ਮਾਲਵੇ ਦੇ ਇਲਾਕੇ ਦੇ ਵਿੱਚ ਦੜੇ ਸੱਟੇ ਦਾ ਬਿਜ਼ਨਸ ਤੇ ਉਹਨਾਂ ਤਮਾਮ ਅਵੈਧ ਜਿਹੜੇ ਬਿਜ਼ਨਸਿਸ ਦੇ ਵਿੱਚ ਉਸ ਦਾ ਵੱਧ ਰਿਹਾ ਰਸੂਖ, ਉਸ ਨੂੰ ਕਿਉਂ ਨਾ ਮੰਨਿਆ ਜਾਵੇ। ਇਹ ਕਿਉਂ ਨਹੀਂ ਮੰਨਿਆ ਜਾ ਸਕਦਾ ਕਿ ਹੋਰ ਬਹੁਤ ਸੇ ਅਜਿਹੇ ਕ੍ਰਿਮੀਨਲ ਜੋ ਕਿ ਇਸ
ਧੰਦੇ ਦੇ ਵਿੱਚ ਗੁਰਲਾਲ ਬਰਾੜ ਜੋ ਕਿ ਉੱਭਰਦਾ ਪਿਆ ਸੀ ਉਸ ਤੋਂ ਪਰੇਸ਼ਾਨ ਸੀ, ਕਿਉਂਕਿ ਹੋਇਆ ਵੀ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਜਾ ਕੇ ਉਸਦੇ ਜਿਹੜੇ ਜਿੰਨੇ ਵੀ ਬਿਜ਼ਨਸ ਸੀ ਉਸ ਤੋਂ ਉਹਨੂੰ ਉਹਨਾਂ ਲੋਕਾਂ ਨੇ ਕੈਪਚਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਸੋ ਗੁਰਲਾਲ ਬਰਾੜ ਦੀ ਰੰਜਿਸ਼ਾਂ ਤੇ ਉਸਦੀਆਂ ਦੁਸ਼ਮਣੀਆਂ ਇਸ ਮੁਕਾਬਲੇਬਾਜ਼ੀ ਦੇ ਕਾਰਨ ਵੀ ਬਹੁਤ ਰਹੀਆਂ ਹੋ ਸਕਦੀਆਂ ਨੇ। ਸਿਰਫ ਇਹ ਕਾਰਨ ਕਿ ਅਫਸਾਨਾ ਖਾਨ ਨੇ ਉਸ ਨੂੰ ਫੋਨ ਕੀਤਾ ਤੇ ਮਨਦੀਪ ਧਾਲੀਵਾਲ ਨੇ ਗੁਰਲਾਲ ਬਰਾੜ ਨੂੰ ਮਾੜਾ ਚੰਗਾ ਕਹਿਤਾ ਤੇ ਉਸ ਤੋਂ ਬਾਅਦ ਗੁਰਲਾਲ ਬਰਾੜ ਦੀ ਕੋਈ ਸ਼ਿਕਾਇਤ ਨਹੀਂ ਸੀ, ਤੇ ਕੀ ਇਸ ਨੂੰ ਆਧਾਰ ਮੰਨਿਆ ਜਾ ਸਕਦਾ ਕਿ ਗੁਰਲਾਲ ਬਰਾੜ ਨੂੰ ਮਾਰਨ ਵਾਲੀ ਜਿਹੜੀਆਂ ਧਿਰਾਂ ਸੀ ਉਹਨਾਂ ਨੇ ਇਸ ਕਾਰਨ ਤੋਂ ਪ੍ਰੇਰਿਤ ਹੋ ਕੇ ਉਸ ਦਾ ਕਤਲ ਕੀਤਾ, ਜਦੋਂ ਕਿ ਹੋਰ ਬਹੁਤ ਸੇ ਇਸ ਗੋਰਖ ਧੰਦੇ ਦੇ ਨਾਲ, ਅਵੈਧ ਧੰਦੇ ਦੇ ਨਾਲ ਜੋ ਕਿ ਦੜੇ ਸੱਟੇ ਦਾ ਉਸ ਇਲਾਕੇ ਦੇ ਵਿੱਚ ਚੱਲਦਾ ਪਿਆ ਸੀ, ਇਸ ਤੇ ਕਈ ਅਜਿਹੇ ਮੁਕਾਬਲੇਬਾਜ਼ ਧਿਰਾਂ ਸਨ ਜਿਨ੍ਹਾਂ ਕੋਲ ਹੋਰ ਵੱਡਾ ਕਾਰਨ ਸੀ ਗੁਰਲਾਲ ਬਰਾੜ ਦਾ ਕਤਲ ਕਰਨ ਦਾ। ਤੇ ਐਟ ਦ ਐਂਡ ਆਫ ਦਾ ਡੇ ਲਵੀ ਦਿਓੜਾ ਦਾ ਇੱਕ ਮਰਡਰ ਕੇਸ ਸੀ ਹੀ ਜਿਸ ਦੇ ਵਿੱਚ ਗੁਰਲਾਲ ਬਰਾੜ ਦਾ ਜ਼ਿਕਰ ਜ਼ਰੂਰ ਆਉਂਦਾ ਸੀ। ਬੇਸ਼ੱਕ ਉਸਨੇ ਇਸ ਮਾਮਲੇ ਦੇ ਵਿੱਚ ਆਪਣੀ ਕਲੈਰੀਫਿਕੇਸ਼ਨ ਵੀ ਦਿੱਤੀ, ਉਸਦੀ ਭੂਮਿਕਾ ਨਹੀਂ ਵੀ ਸੀ ਗੁਰਲਾਲ ਬਰਾੜ ਦੀ, ਇਹ ਵੀ ਚੀਜ਼ ਕਲੀਅਰ ਹੋ ਚੁੱਕੀ ਸੀ। ਲੇਕਿਨ ਦੁਸ਼ਮਣੀਆਂ ਜਦੋਂ ਕੱਢਣੀਆਂ ਹੁੰਦੀਆਂ ਤਾਂ ਕੱਢੀਆਂ ਜਾਂਦੀਆਂ ਨੇ। ਲੇਕਿਨ ਇੱਕ ਤੱਥ ਇਹ ਵੀ ਹੈ ਕਿ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਹੀ ਗੋਲਡੀ ਬਰਾੜ ਨਾ ਸਿਰਫ ਅੰਡਰਵਰਲਡ ਦੇ ਵਿੱਚ ਐਕਟਿਵ ਹੋਇਆ, ਬਲਕਿ ਸਿੱਧੂ ਮੂਸੇਵਾਲਾ ਦੀ ਜਿਹੜੀ ਟਾਰਗੇਟ ਕਰਨ ਦੀ ਕੋਸ਼ਿਸ਼ਾਂ ਸੀ ਉਹ ਉਸੇ ਵਕਤ ਤੋਂ ਸ਼ੁਰੂ ਹੋ ਗਈਆਂ ਸਨ। ਸੋ ਵਿੱਕੀ ਮਿੱਡੂ ਖੇੜਾ ਦਾ ਜਿਹੜਾ ਕਤਲ ਹੁੰਦਾ ਹੈ ਅਗਸਤ 2021 ਦੇ ਵਿੱਚ, ਉਸ ਤੋਂ ਕਈ ਸਾਲ ਪਹਿਲਾਂ ਤੋਂ ਹੀ ਸਿੱਧੂ ਮੂਸੇਵਾਲਾ ਨੂੰ ਹਿੱਟ ਕਰਨ ਦੀਆਂ ਪਲੈਨਿੰਗ ਸ਼ੁਰੂ ਹੋ ਚੁੱਕੀਆਂ ਸਨ। ਇਹ ਇੱਕ ਵੱਖਰੀ ਗੱਲ ਹੈ ਕਿ ਗੋਲਡੀ ਬਰਾੜ ਨੂੰ ਜਾਂ ਉਸਦੇ ਸੈੱਲ ਨੂੰ ਕਦੋਂ ਐਕਟੀਵੇਟ ਕੀਤਾ ਗਿਆ, ਲੇਕਿਨ ਇਸ ਤੋਂ ਇਲਾਵਾ ਵੀ ਲਾਰੈਂਸ ਬਿਸ਼ਨੋਈ ਦੇ ਹੋਰ ਬਹੁਤ ਸੇ ਅਜਿਹੇ ਮੋਡਿਊਲ ਸੀ ਜੋ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਅਲੱਗ-ਅਲੱਗ ਸ਼ਕਲਾਂ ਦੇ ਅਲੱਗ-ਅਲੱਗ ਮੋਡਿਊਲਸ ਦੇ ਗੈਂਗਸਟਰਾਂ ਦਾ ਜ਼ਿਕਰ ਪਹਿਲਾਂ ਵੀ ਆ ਚੁੱਕਿਆ ਹੈ, ਚਾਹੇ ਹਰਿਆਣਾ ਐਸਟੀਐਫ ਹੋਵੇ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀਆਂ ਪੜਤਾਲਾਂ ਹੋਣ। ਕਈ ਸਾਲ ਪਹਿਲਾਂ ਇਸ 29 ਮਈ 2022 ਦੀ ਘਟਨਾ ਤੋਂ ਪਹਿਲਾਂ ਵੀ ਪੁਲਿਸ ਤਫਤੀਸ਼ਾਂ ਦੌਰਾਨ ਆਇਆ ਕਿ ਪੰਜਾਬ ਦੇ ਇੱਕ ਸਿੰਗਰ ਨੂੰ ਖਤਰਾ ਹੈ। ਉਹ ਇੱਕ ਵੱਖਰੀ ਗੱਲ ਹੈ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਅਧਿਕਾਰੀ ਜੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਆ ਰਿਹਾ ਸੀ ਤਾਂ ਉਹ ਇਹ ਸਮਝ ਹੀ ਨਹੀਂ ਪਾਏ ਕਿ ਇਹ ਥ੍ਰੈਟ ਕਿੱਡਾ ਕ੍ਰੈਡੀਬਲ ਥ੍ਰੈਟ ਹੈ ਤੇ ਸਿੱਧੂ ਮੂਸੇਵਾਲਾ ਕਿੱਡਾ ਵੱਡਾ ਸਿੰਗਰ ਹੈ। ਸੋ ਉਹਨਾਂ ਪ੍ਰਦੇਸ਼ਾਂ ਦੀ ਜਿਹੜੀ ਪੁਲਿਸ ਹੈ ਜਿਨ੍ਹਾਂ ਦੀ ਇਨਵੈਸਟੀਗੇਸ਼ਨਾਂ ਦੇ ਵਿੱਚ ਇਹ ਗੱਲਾਂ ਬਤਾ ਆ ਰਹੀਆਂ ਸਨ, ਉਹ ਕਈ ਮਹੀਨਿਆਂ ਤੇ ਕਈ ਸਾਲਾਂ ਪਹਿਲਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਸਨ। ਸੋ ਇੱਕ ਪਾਸੇ ਤਾਂ ਵਿੱਕੀ ਮਿੱਡੂ ਖੇੜਾ ਦਾ ਕਤਲ ਹੈ ਜਿਸ ਨੂੰ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਇੱਕ ਕਾਰਨ ਦੱਸਿਆ ਜਾ ਰਿਹਾ ਹੈ, ਲੇਕਿਨ ਜੇ ਕਾਰਨ ਵਿੱਕੀ ਮਿੱਡੂ ਖੇੜਾ ਦਾ ਕਤਲ ਹੈ ਤਾਂ ਫਿਰ ਤਿਆਰੀਆਂ ਸਿੱਧੂ ਮੂਸੇਵਾਲਾ ਨੂੰ ਮਾਰਨ ਦੀਆਂ ਇੰਨੇ ਸਾਲ ਪਹਿਲਾਂ ਤੋਂ ਕਿਉਂ ਲਾਰੈਂਸ ਬਿਸ਼ਨੋਈ ਕਰਦਾ ਪਿਆ ਸੀ। ਤੇ ਜੇ ਗੁਰਲਾਲ ਬਰਾੜ ਦੀ ਹੱਤਿਆ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਕਾਰਨ ਵਜੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਗੋਲਡੀ ਬਰਾੜ ਕਹਿ ਰਿਹਾ ਹੈ, ਤਾਂ ਉੱਥੇ ਵੀ ਸਵਾਲ ਇਹ ਖੜਾ ਹੁੰਦਾ ਹੈ ਕਿ ਇੰਨੇ ਸਾਲ ਤੱਕ ਇਹ ਚਰਚਾ ਪਹਿਲਾਂ ਕਿਉਂ ਨਹੀਂ ਉੱਠੀ। 29 ਮਈ 2022 ਤੋਂ ਬਾਅਦ ਹੀ ਇਹ ਸਾਰਾ ਦਾ ਸਾਰਾ ਸੰਦਰਭ ਕਿਉਂ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂ ਜੋੜਿਆ ਜਾ ਰਿਹਾ ਹੈ, ਜਦੋਂ ਕਿ ਪਹਿਲਾਂ ਇਹਨਾਂ 1.5-2 ਸਾਲਾਂ ਦੇ ਵਿੱਚ ਘੱਟੋ ਘੱਟ ਗੁਰਲਾਲ ਬਰਾੜ ਦੀ ਹੱਤਿਆ ਦੇ ਕੰਟੈਕਸਟ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਿਤੇ ਕੋਈ ਜ਼ਿਕਰ ਨਹੀਂ ਸੀ, ਨਾ ਹੀ ਅਫਸਾਨਾ ਖਾਨ ਦਾ ਜ਼ਿਕਰ ਸੀ। ਤੇ ਮਨਦੀਪ ਧਾਲੀਵਾਲ ਦੀ ਵੀ ਗੱਲਬਾਤ ਜੇ ਹੁੰਦੀ ਹੋਏਗੀ ਤਾਂ ਇਹਨਾਂ ਦੇ ਅੰਡਰਵਰਲਡ ਦੇ ਅੰਦਰਲੇ ਹਲਕਿਆਂ ਦੌਰਾਨ ਹੁੰਦੀ ਹੋਏਗੀ, ਉਹਨਾਂ ਦੇ ਦਰਮਿਆਨ ਹੁੰਦੀ ਹੋਏਗੀ। ਸੋ ਇਸ ਕਈ ਕੁਐਸਚਨ ਹੈਗੇ ਨੇ, ਲੇਕਿਨ ਅੱਜ ਦੀ ਇਸ ਰਿਪੋਰਟ ਨੂੰ ਬਣਾਉਣ ਦਾ ਸੰਦਰਭ ਤੇ ਸਬਬ ਇਹੀ ਸੀ ਕਿ ਸ਼ਗਨਪ੍ਰੀਤ ਨੂੰ ਵਾਪਸ ਲਿਆਉਣਾ, ਤਫਤੀਸ਼ ਦੇ ਵਿੱਚ ਜੁਆਇਨ ਕਰਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸ਼ਗਨਪ੍ਰੀਤ ਹੀ ਕੁਝ ਅਜਿਹੀਆਂ ਗੰਢਾਂ ਨੂੰ ਖੋਲ੍ਹ ਸਕਦਾ ਹੈ ਜਿਸ ਤੋਂ ਕਿ ਕਈ ਹੋਰ ਥਿਊਰੀਜ਼ ਹੀ ਨਹੀਂ ਬਲਕਿ ਕਈ ਹੋਰ ਖੁਲਾਸੇ ਵੀ ਹੋਣਗੇ। ਸੋ ਬਹੁਤ ਕੁਝ ਲੈ ਕੇ ਸ਼ਗਨਪ੍ਰੀਤ ਬੈਠਾ ਹੈ। ਇਹ ਬੇਸ਼ੱਕ ਇੱਕ ਛੋਟੇ ਕੱਦ ਦਾ ਅਜਿਹਾ ਸ਼ਖਸ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਨਾਨ ਡਿਸਕ੍ਰੀਟ ਕਰੈਕਟਰ ਨਜ਼ਰ ਆ ਰਿਹਾ ਹੈ, ਜੋ ਕਿ ਲੋ ਪ੍ਰੋਫਾਈਲ ਰਹਿ ਕੇ ਇਸਨੇ ਆਪਣਾ ਕੰਮ ਕੀਤਾ ਹੈ, ਲੇਕਿਨ ਘੱਟੋ ਘੱਟ ਸਿੱਧੂ ਮੂਸੇਵਾਲਾ ਕਤਲ ਕੇਸ ਤੇ ਉਸ ਤੋਂ ਪਹਿਲਾਂ ਦੇ ਵਿੱਕੀ ਮਿੱਡੂ ਖੇੜਾ ਕਤਲ ਕੇਸ ਦੇ ਨਾਲ ਜੁੜੇ ਬਹੁਤ ਐਸੇ ਰਾਜ਼ ਤੇ ਰਹੱਸ ਇਹ ਬੰਦਾ ਜਾਣਦਾ ਹੈ ਜੋ ਕਿ ਇਸ ਤੋਂ ਕਢਵਾਏ ਜਾਣ ਦੀ ਹੁਣ ਬਹੁਤ ਜ਼ਿਆਦਾ ਜ਼ਰੂਰਤ ਹੈ। ਸੋ ਸੂਨਰ ਦਾ ਬੈਟਰ, ਇਨ ਦਾ ਇੰਟਰਸਟ ਆਫ ਜਸਟਿਸ, ਇਸ ਬੰਦੇ ਨੂੰ ਜਿੰਨੀ ਛੇਤੀ ਤੋਂ ਛੇਤੀ ਭਾਰਤ ਲਿਆਂਦਾ ਜਾ ਸਕੇ ਉਨਾ ਹੀ ਬਿਹਤਰ ਹੋਏਗਾ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਇਹੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਸੀ। ਕੋਈ ਕਮੈਂਟ, ਕੋਈ ਫੀਡਬੈਕ ਹੋਏ ਤਾਂ ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਹੋ। ਛੇਤੀ ਇੱਕ ਹੋਰ ਰਿਪੋਰਟ ਲੈ ਕੇ ਮਿਲਦੇ ਹਾਂ ਤੇ ਫਿਰ ਹੁੰਦੀ ਹੈ ਮੁਲਾਕਾਤ। ਕੋਈ ਗੱਲਾਂ ਬਾਤਾਂ ਰਹਿ ਗਈਆਂ ਹੋਣਗੀਆਂ ਤੇ ਆਪਾਂ ਕਿਸੇ ਹੋਰ ਰਿਪੋਰਟ ਦੇ ਵਿੱਚ ਉਹਨਾਂ ਨੂੰ ਮੁਕੰਮਲ ਕਰਾਂਗੇ, ਪੂਰਾ ਕਰਾਂਗੇ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਦੇਖਣ ਲਈ।